ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਤੇ ਤੁਸੀਂ ਦੇਖ ਰਹੇ ਹੋ ਉਡਾਰੀ ਵਿਦੇਸ਼ਾਂ ਨੂੰ। ਸਾਡਾ ਬੇहद ਖਾਸ ਪ੍ਰੋਗਰਾਮ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਸ਼ੋਅ ਦੇ ਰਾਹੀਂ ਹਰ ਵਾਰੀ ਚਰਚਾ ਕਰਦੇ ਹੁੰਦੇ ਹਾਂ ਵਿਦੇਸ਼ ਜਾਣ ਨੂੰ ਲੈ ਕੇ, ਜੋ ਵੀ ਮੁੱਦੇ ਰਹਿੰਦੇ ਨੇ ਉਹਨਾਂ ਦੇ ਉੱਪਰ। ਸੋ ਤੁਹਾਡੇ ਮਨ 'ਚ ਜ਼ਹਿਨ 'ਚ ਕੋਈ ਵੀ ਸਵਾਲ ਹੈ, ਤੁਸੀਂ ਅੱਜ ਫਿਰ ਤੋਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੋਂ ਖਾਸ ਚਰਚਾ ਹੈ ਤੇ ਖਾਸ ਮਹਿਮਾਨ ਫਿਰ ਤੋਂ ਨਾਲ ਜੁੜੇ ਨੇ। ਨਾਲ ਨੇ ਜੀ SAS ਮੋਹਾਲੀ ਤੋਂ ਮਿਸਟਰ ਸੁਭਾਸ਼ ਮਹਾਜਨ ਜੀ। ਸਰ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਸਰ? ਮਹਾਰਾਜ ਦੀ ਕਿਰਪਾ ਜੀ। ਜੀ, ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਸੰਪਰਕ ਤੁਸੀਂ ਸਾਡੇ ਨਾਲ ਕਰ ਸਕਦੇ ਹੋ। ਤੁਸੀਂ ਕੈਨੇਡਾ, UK, USA ਕਿਸੇ ਵੀ ਕੰਟਰੀ ਜਾਣਾ ਹੈ, ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ, ਆਪਣੀ ਐਲੀਜੀਬਿਲਟੀ ਜਾਣਨਾ ਚਾਹੁੰਦੇ ਹੋ, ਆਪਣੇ ਸਪਾਊਸ ਦੇ ਨਾਲ ਜਾਣਨਾ ਚਾਹੁੰਦੇ ਹੋ, ਜਾਂ ਫਿਰ ਤੁਹਾਡਾ ਗੈਪ ਕੇਸ ਹੈ, 1 ਜਾਂ 2 ਮੋਡਿਊਲ 5.5 ਬੈਂਡ ਸਕੋਰ ਹੈ, ਸਮਝ ਨਹੀਂ ਆ ਰਿਹਾ ਕੀ ਲੋਕੇਸ਼ਨ ਤੇ ਜਾਈਏ, ਕਿੱਦਾਂ ਦੇ ਕਾਲਜ ਚੂਜ਼ ਕਰੀਏ। ਸੋ ਇਹ ਸਾਰੀਆਂ ਗੱਲਾਂ ਦੇ ਉੱਪਰ ਅੱਜ ਅਸੀਂ ਚਰਚਾ ਕਰਨੀ ਆ। ਔਰ ਇਹ ਨੰਬਰ ਜਿਹੜੇ ਨੇ ਤੁਸੀਂ ਇਹ ਨੰਬਰ ਨੋਟ ਕਰ ਲੈਣੇ ਨੇ। ਸਾਡੇ ਸ਼ੋਅ ਦੇ ਦੌਰਾਨ ਵੀ ਅਸੀਂ ਤੁਹਾਡੇ ਸਵਾਲ ਲਵਾਂਗੇ ਔਰ ਸ਼ੋਅ ਤੋਂ ਬਾਅਦ ਵੀ ਤੁਸੀਂ ਆਪਣੇ ਜਿਹੜੇ ਸਵਾਲ ਹੈ ਸਾਡੇ ਨਾਲ ਸਾਂਝੇ ਕਰਨੇ ਨੇ। ਸਭ ਤੋਂ ਪਹਿਲਾਂ ਆਪਾਂ ਸਟੂਡੈਂਟਸ ਦੀ ਜਿਹੜੀ ਫੇਵਰੇਟ ਡੈਸਟੀਨੇਸ਼ਨ ਹੈ, ਇੱਕ ਵੱਖਰਾ ਤਬਕਾ ਹੈ ਹਮੇਸ਼ਾ ਚੱਲਦਾ ਰਿਹਾ ਜਿਹੜਾ ਕੈਨੇਡਾ ਨੂੰ ਪ੍ਰਮੋਟ ਕਰ ਰਿਹਾ ਨਾ। ਸੋ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਅੱਜ ਗੱਲਬਾਤ ਕਰਾਂਗੇ। ਕੈਨੇਡਾ ਲਈ ਸੈਪਟੈਂਬਰ ਇਨਟੇਕ ਲਈ ਫਿਲਹਾਲ ਵਿਦਿਆਰਥੀਆਂ ਕੋਲ ਕੋਈ ਆਪਸ਼ਨਸ ਅਵੇਲੇਬਲ ਹੈਗੇ ਨੇ ਜਾਂ ਫਿਰ ਨਹੀਂ, ਜਾਂ ਫਿਰ ਹੁਣ ਕਿਸੇ ਹੋਰ ਵੱਡੇ ਇਨਟੇਕ ਦੀ ਵੇਟ ਕਰਨੀ ਪਏਗੀ ਸਟੂਡੈਂਟਸ? ਜੀ ਬਿਲਕੁਲ, ਜਦ ਵੀ ਤੁਸੀਂ ਗੱਲ ਕਰਦੇ ਹੋ ਡ੍ਰੀਮ ਡੈਸਟੀਨੇਸ਼ਨ ਦੀ, ਤੇ ਜੇ 100% ਕੈਂਡੀਡੇਟਸ ਬਾਹਰ ਜਾ ਰਹੇ ਆ ਤੇ 90% ਉਹਨਾਂ ਦੀ ਕੁਐਰੀ ਕੈਨੇਡਾ ਨੂੰ ਲੈ ਕੇ ਹੈ, ਕਿਉਂਕਿ ਹਰ ਬੰਦਾ ਚਾਹੁੰਦਾ ਕਿ ਮੈਂ ਕੈਨੇਡਾ ਨੂੰ ਲਵਾਂ। ਔਰ ਇਸ ਟਾਈਮ ਜੋ ਸਭ ਤੋਂ ਵੱਡਾ ਕੁਐਸਚਨ ਮਾਰਕ ਹੈਗਾ ਇਨਟੇਕ ਨੂੰ ਲੈ ਕੇ, ਬੱਚਿਆਂ ਨੂੰ ਇਸ ਟਾਈਮ ਰੈਂਡਮਲੀ ਇਹੀ ਨਹੀਂ ਕਲੀਅਰ ਹੈਗਾ ਕਿ ਇਸ ਟਾਈਮ ਜੇ ਬਾਈ ਦਾ ਵੇ ਆਪਣਾ ਫਾਈਲ ਪ੍ਰੋਸੈਸ ਸਟਾਰਟ ਕਰਦੇ ਆ ਤੇ ਸਾਨੂੰ ਇਨਟੇਕ ਕਿਹੜਾ ਮਿਲੂਗਾ। ਹੁਣ ਜੇ ਗੱਲ ਕਰੀਏ ਤਾਂ ਡਾਇਰੈਕਟ ਐਡਮਿਸ਼ਨ ਸਤੰਬਰ ਇਨਟੇਕ ਦੇ ਵਿੱਚ ਤੁਹਾਨੂੰ ਲਿਮਿਟਡ ਆਪਸ਼ਨਸ ਅਕੋਰਡਿੰਗ ਟੂ ਯੂਅਰ ਡਿਜ਼ਾਇਰਸ ਉਹ ਨਹੀਂ ਮਿਲਣਗੇ, ਬਿਕੋਜ਼ ਐਕਚੁਅਲੀ ਕੀ ਹੈਗਾ ਕਿ ਇਸ ਟਾਈਮ ਸਤੰਬਰ ਇਨਟੇਕ 95% ਫੁੱਲ ਹੋ ਚੁੱਕਿਆ ਹੈ। ਹੁਣ ਜੇ ਮੈਂ ਕਹਾਂ ਕਿ ਅੱਜ ਉੱਠ ਕੇ ਕਿ ਬਾਈ ਮੈਂ ਜਾਣਾ ਹੀ ਅੰਟਾਰੀਓ ਹੈ, ਜਾਣਾ ਹੀ ਸਿਟੀ ਸੈਂਟਰ ਦੇ ਵਿੱਚ ਹੈ, ਉਹ ਜਾਣਾ ਹੀ ਇਸੇ ਕੋਰਸ ਦੇ ਵਿੱਚ ਹੈ, ਉਹ ਆਪਸ਼ਨਸ ਨਹੀਂ ਮਿਲਣਗੇ। ਹੁਣ ਇਸ ਟਾਈਮ ਜਿਹੜਾ ਮੇਜਰ ਇਨਟੇਕ ਨੂੰ ਅਸੀਂ ਫਾਈਂਡ ਅਪ ਕਰ ਰਹੇ ਹਾਂ ਉਹ ਹੈਗਾ ਜੈਨ ਇਨਟੇਕ। ਜੈਨ ਇਨਟੇਕ ਦੇ ਵਿੱਚ ਵੀ ਕਿ ਜੇ ਤੁਸੀਂ ਐਜ਼ ਅਰਲੀ ਆਪਣੀ ਐਪਲੀਕੇਸ਼ਨ ਲੌਜਮੈਂਟ ਕਰਦੇ ਹੋ ਦੈਨ ਯੂ ਗੈਟ ਯੂਅਰ ਆਫਰ। ਹੁਣ ਐਕਚੁਅਲ 'ਚ ਕੀ ਹੈਗਾ, ਦੇਖੋ ਹੁਣ ਆਉਣ ਵਾਲਾ ਟਾਈਮ ਇਵੇਂ ਦਾ ਹੋ ਗਿਆ ਕਿ ਇਸ ਟਾਈਮ ਕੈਨੇਡੀਅਨ ਕਮਿਸ਼ਨ ਦੇ ਵਿੱਚ, ਹਾਈ ਕਮਿਸ਼ਨ ਵਿੱਚ ਫਾਈਲ ਰਸ਼ ਕਾਫੀ ਜ਼ਿਆਦਾ ਬਲਕ 'ਚ ਹੋ ਗਿਆ। ਪਹਿਲੇ ਕੀ ਹੁੰਦਾ ਜੀ, ਅੱਜ ਤੋਂ ਮੈਂ 2 ਸਾਲ ਪਹਿਲੀ ਗੱਲ ਕਰਾਂ ਕਿ ਜਿਵੇਂ ਸਤੰਬਰ ਇਨਟੇਕ ਹੈ, ਅਸੀਂ ਜੂਨ ਜੁਲਾਈ ਤੱਕ ਵੀ ਵੇਚਦੇ ਰਹੇ ਹਾਂ ਕਿ ਬਾਈ ਜੀ ਇਸ ਟਾਈਮ ਨਾ ਜੁਲਾਈ ਇਨਟੇਕ ਦੇ ਵਿੱਚ ਵੀ ਜੁਲਾਈ ਦੇ ਵਿੱਚ ਵੀ ਕਿਤੇ ਸੀਟਸ ਅਵੇਲੇਬਲ ਸੀ। ਪਰ ਬਟ ਨਾਓ ਦੈਟ ਡੇਜ਼ ਜਿਹੜਾ ਫਾਈਲ ਰਸ਼, ਕੰਪੀਟੀਸ਼ਨ ਲੈਵਲਸ ਵੱਧ ਗਿਆ, ਜਿਹਦੇ ਨਾਲ ਜਿਹੜਾ ਹੈਗਾ ਕਿ ਇਨਟੇਕ ਦੀ ਜਿਹੜੀ ਡਿਮਾਂਡ ਹੈਗੀ ਹੈ ਜ਼ਿਆਦਾ ਵੱਧ ਗਈ ਹੈ। ਔਰ ਆਫਟਰ ਕੋਵਿਡ ਤੋਂ ਬਾਅਦ ਵੀ ਜੋ ਇਹ ਸਿਨੈਰੀਓ ਹੋਇਆ, ਮਤਲਬ ਕਿ ਆਉਣ ਵਾਲਾ ਟਾਈਮ ਇਵੇਂ ਦਾ ਹੋਊਗਾ ਕਿ ਬਾਈ ਯਾਰ ਜੇ ਤੁਸੀਂ 2024 'ਚ ਜਾਣਾ ਤੇ ਤੁਹਾਨੂੰ 23 'ਚ ਅਪਲਾਈ ਕਰਨਾ ਪਊਗਾ, ਬਿਕੋਜ਼ ਜੋ ਡਿਜ਼ਾਇਰਸ ਹੈਗੀਆਂ ਕਾਫੀ ਵੱਧ ਗਈਆਂ। ਔਰ ਆਲ ਓਵਰ ਦਾ ਜੋ ਤੁਸੀਂ ਕੁਐਸਚਨ ਪੁੱਛੋ ਉਹਦਾ ਆਨਸਰ ਇਹ ਹੈਗਾ ਕਿ ਇਸ ਟਾਈਮ ਜਿਹੜਾ ਮੇਜਰ ਇਨਟੇਕ ਹੈਗਾ ਕੈਨੇਡਾ ਲਈ ਉਹ ਹੈਗਾ ਜੈਨ ਇਨਟੇਕ। ਠੀਕ ਹੈ, ਸਾਡੇ ਦਰਸ਼ਕ ਦੇ ਸਵਾਲ ਲੈਣੇ ਸ਼ੁਰੂ ਕਰ ਦਿੰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਕੀ ਨਾਮ ਹੈ ਜੀ, ਕੀ ਸਵਾਲ ਹੈ ਤੁਹਾਡਾ ਔਰ ਕਿੱਥੋਂ ਬੋਲ ਰਹੇ ਹੋ ਤੁਸੀਂ? ਮਨਪ੍ਰੀਤ ਗੱਲ ਕਰ ਰਹੀ ਹਾਂ ਅੰਮ੍ਰਿਤਸਰ ਤੋਂ। ਮਨਪ੍ਰੀਤ, ਅੰਮ੍ਰਿਤਸਰ। ਕੀ ਸਵਾਲ ਹੈ ਮਨਪ੍ਰੀਤ ਤੁਹਾਡਾ? ਐਕਚੁਅਲੀ ਮੈਂ ਸਭ ਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣਾ ਸਪਾਊਸ ਕੇਸ। ਓਕੇ, ਪ੍ਰੋਫਾਈਲ ਕੀ ਹੈ ਤੁਹਾਡੀ? ਮੈਂ ਪ੍ਰੋਫਾਈਲ ਨਾ ਮੇਰੇ 2020 ਪਾਸ ਆਊਟ ਹਾਂ, ਬੀਕਾਮ ਕਰੀ ਸੀਗੀ। ਠੀਕ ਹੈ, ਬੈਂਡ ਸਕੋਰ ਕੀ ਹੈ ਤੁਹਾਡਾ? ਮੈਂ 6.5 ਆ, ਬਟ ਇੱਕ ਮੋਡਿਊਲ ਦੇ ਵਿੱਚੋਂ 5.5 ਹੈ। ਓਕੇ ਜੀ, ਤੇ ਬੀਕਾਮ ਦੇ ਪਰਸੈਂਟੇਜ ਕੀ ਨੇ ਤੁਹਾਡੇ? 75। ਠੀਕ ਹੈ, 75। ਓਕੇ, ਤੇ ਤੁਹਾਡੇ ਸਪਾਊਸ ਦੀ ਕੁਆਲੀਫਿਕੇਸ਼ਨ ਕੀ ਹੈ? ਮੈਮ ਉਹਨਾਂ ਨੇ BA ਕਰੀ ਹੋਈ ਹੈ। ਓਕੇ ਜੀ, ਵਿਆਹ ਕਿੰਨਾ ਪੁਰਾਣਾ ਹੈ? 1.5 ਸਾਲ। ਓਕੇ ਜੀ, ਕੁਐਰੀ ਕੀ ਹੈ ਤੁਹਾਡੀ ਪ੍ਰੋਫਾਈਲ ਤੇ? ਤੁਹਾਡੀ ਸਰ ਹੁਣੇ ਤੁਹਾਨੂੰ ਦੱਸਣਗੇ। ਮੈਂ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਥੋੜਾ ਡਾਊਟ ਹੈ ਕਿ ਮੈਂ 3-4 ਜਗ੍ਹਾ ਤੋਂ ਪੁੱਛਿਆ, ਉਹ ਕਹਿੰਦੇ 20 ਪਾਸ ਆਊਟ ਤਾਂ ਹੋ ਨਹੀਂ ਸਕਦਾ। ਓਕੇ, ਨਹੀਂ ਮਨ एक्सपीरियंस भी है और मेरे को सैलरी भी अकाउंट के ਵਿੱਚ ਆ। ਅੱਛਾ ਠੀਕ ਹੈ, ਇਹ 2 ਸਾਲ ਤੁਸੀਂ ਜੌਬ ਕਰ ਰਹੇ ਹੋ। ਠੀਕ ਹੈ ਮਨਪ੍ਰੀਤ, ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ। ਸ਼ੋਅ 'ਚ ਕਾਲ ਕਰਨ ਲਈ ਧੰਨਵਾਦ ਜੀ। ਬਿਲਕੁਲ ਮਨਪ੍ਰੀਤ, ਜਿਵੇਂ ਮੈਡਮ ਉਹਨਾਂ ਨੇ ਕਿਹਾ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਆ ਫੋਰ ਦਾ ਆਸਟ੍ਰੇਲੀਆ ਦੈਟਸ 110% ਸੂਟੇਬਲ। ਹੁਣ ਸਭ ਤੋਂ ਪਹਿਲੇ ਇਹ ਮਨਪ੍ਰੀਤ ਜਿਹੜਾ ਤੁਹਾਡਾ ਸਵਾਲ ਹੈਗਾ ਇਹ ਲੱਖਾਂ ਬੱਚਿਆਂ ਦਾ ਸਵਾਲ ਹੈਗਾ ਬਾਹਰ ਜਾਣ ਦੇ ਲਈ। ਸਭ ਤੋਂ ਮੇਜਰ ਕਰੀ ਤਾਂ ਪਹਿਲੇ ਇਹ ਸਮਝੀਏ ਕਿ ਸਪਾਊਸ ਕਿਵੇਂ ਜਾ ਸਕਦਾ ਆਸਟ੍ਰੇਲੀਆ। ਅੱਜ ਬਿਲਕੁਲ ਜੇ ਬੋਥ ਯੂ ਆਰ ਗ੍ਰੈਜੂਏਟ, ਜੇ ਦੋਨੋਂ ਮੀਆਂ ਬੀਬੀ ਹਸਬੈਂਡ ਵਾਈਫ ਗ੍ਰੈਜੂਏਟ ਹੈਗੇ ਆ, ਦੈਨ ਹੀ ਆਸਟ੍ਰੇਲੀਆ ਫਾਈਲ ਲੋਕ ਕਰ ਸਕਦੇ ਆ, ਦੈਨ ਹੀ ਬਾਈ ਦਾ ਸੇਮ ਡੇ ਜਾ ਸਕਦੇ ਆ। ਨੰਬਰ ਆਫ ਕੇਸਿਸ 'ਚ ਕਈ ਵਾਰੀ ਮੇਰੇ ਕੋਲ ਕਲਾਇੰਟਸ ਆਉਂਦਾ, ਯਾਰ ਮੈਂ ਤਾਂ ਗ੍ਰੈਜੂਏਟ ਸੀ, ਮੇਰੀ ਵਾਈਫ +2 ਸੀ, ਜਾਂ ਮੈਂ +2 ਸੀ, ਪ੍ਰਾਇਮਰੀ ਐਪਲੀਕੈਂਟ +2 ਸੀ, ਤੇ ਏਜੰਟ ਨੇ ਸਾਨੂੰ ਗਾਈਡ ਕਰ ਦਿੱਤਾ ਕਿ ਸਪਾਊਸ ਜਾ ਸਕਦਾ ਹੈ। ਸੋ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜੇ ਤੁਸੀਂ ਆਸਟ੍ਰੇਲੀਆ ਬਾਏ ਦਾ ਸੇਮ ਡੇ ਜਾਣਾ ਤੇ ਦੋਨੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਹੁਣ ਦੂਸਰੀ ਗੱਲ ਆ ਗਈ ਕਿ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ ਐਕਸਪੀਰੀਅੰਸ ਦੀ ਪ੍ਰੋਪਰ ਜਸਟੀਫਿਕੇਸ਼ਨ ਹੈਗੀ ਹੈ, ਸੈਲਰੀ ਵੀ ਅਕਾਊਂਟ 'ਚ ਹੈ, ਸੈਕੰਡਲੀ ਤੁਸੀਂ 20 ਪਾਸ ਆਊਟ ਹੋ, ਪਰ ਲੇਕਿਨ ਤੁਹਾਨੂੰ ਖਾਸੇ ਏਜੰਟ ਮਨਾ ਕਰ ਰਿਹਾ ਹੈ। ਦੇਖੋ ਮੈਮ ਇਵੇਂ ਨਹੀਂ ਹੁੰਦਾ, ਐਕਚੁਅਲੀ ਦੈਟਸ ਕਾਲ ਦਾ
ਜ਼ਿਆਦਾ ਟਾਈ ਅਪਸ। ਹੁਣ ਐਕਚੁਅਲੀ ਕੀ ਇੱਕ ਪੰਜਾਬੀ 'ਚ ਕਹਾਵਤ ਹੈ ਕਿ ਜਿੰਨੀ ਚਾਦਰ ਉਨੇ ਪੈਰ ਫਸਾਰੀਏ। ਹੁਣ ਕਿਉਂ ਨਾ ਅਸੀਂ ਕਾਲਜ ਯੂਨੀਵਰਸਿਟੀ ਉਹੀ ਚੂਜ਼ ਕਰੀਏ ਕਿ ਜਿਹਦੇ ਵਿੱਚ ਜਿਹਦੀ ਪਾਸ ਆਊਟ ਈਅਰ 2020 ਨੂੰ ਅਸੈਪਟ ਕਰਦੀ ਹੈ। ਔਰ ਮੇਜਰ ਇੱਕ ਚੀਜ਼ ਨੂੰ ਧਿਆਨ ਰੱਖਿਓ ਕਿ ਜੇ ਤੁਸੀਂ ਸਪਾਊਸ 'ਚ ਜਾ ਰਹੇ ਹੋ, ਸਪਾਊਸ ਕੇਸ ਤੇ ਜਾਣਾ ਚਾਹੁੰਦੇ ਹੋ, ਲੈਵਲ 1 ਨੂੰ ਅਪਰੋਚ ਕਰਦੇ ਹੋ, ਯੂਨੀਵਰਸਿਟੀ ਕੋਰਸਿਸ ਲਓ, ਦੈਨ ਬਾਏ ਦਾ ਸੇਮ ਡੇ ਤੁਸੀਂ ਜਾਓਗੇ। ਪਰ ਬਟ ਜਦੋਂ ਵੀ ਆਸਟ੍ਰੇਲੀਆ ਦਾ ਕੁਐਸਚਨ ਕੁਐਰੀ ਕਰੇਜ਼ ਹੁੰਦੀ ਹੈ ਤੇ ਉਸ ਟਾਈਮ ਇਸ ਚੀਜ਼ ਨੂੰ ਧਿਆਨ ਨਾਲ ਰੱਖਿਓ ਕਿ ਜੀਟੀ ਪ੍ਰੋਸੈਸ ਜੋ ਜੈਨੂਨ ਟੈਂਪਰੇਰੀ ਐਂਟਰੈਂਟ ਪ੍ਰੋਸੈਸ ਹੈਗਾ, ਜਦ ਤੱਕ ਤੁਸੀਂ ਇਸ ਚੀਜ਼ ਨੂੰ ਕਲੀਅਰ ਨਹੀਂ ਕਰ ਪਾਉਂਦੇ ਤਦ ਤੱਕ ਤੁਹਾਡੀ ਫਾਈਲ ਅੱਗੇ ਪ੍ਰੋਸੈਸ ਨਹੀਂ ਹੁੰਦੀ। ਸੋ ਜੀਟੀ ਨੂੰ ਇੱਕ ਬਹੁਤ ਅਹਿਮੀਅਤ ਦੇਣੀ ਹੈ। ਔਰ ਜਿਵੇਂ ਤੁਸੀਂ ਸਪਾਊਸ ਜਾ ਰਹੇ ਹੋ, ਡੈਫੀਨੇਟਲੀ ਰਿਕੁਆਇਰ ਦਾ 35 ਤੋਂ 40 ਲੱਖ ਦੇ ਤੁਹਾਡੇ ਫਾਈਨੈਂਸ਼ੀਅਲਸ ਹੋਣੇ ਚਾਹੀਦੇ ਆ, ਜਿਹਦਾ ਪ੍ਰੋਪਰ ਵੇਰਵਾ ਕਲੀਅਰ ਹੋਏ, ਦੈਨ ਤੁਸੀਂ ਬਾਏ ਦਾ ਸੇਮ ਡੇ ਆਸਟ੍ਰੇਲੀਆ ਜਾ ਸਕਦੇ ਹੋ। ਬਿਲਕੁਲ। ਸੋ ਮਨਪ੍ਰੀਤ, ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਬਾਕੀ ਵਧੇਰੇ ਜਾਣਕਾਰੀ ਲਈ ਨੰਬਰ ਤੁਸੀਂ ਆਪਣੇ ਫੋਨ 'ਚ ਸੇਵ ਕਰ ਲਓ ਔਰ ਮੋਹਾਲੀ 3B2 ਦੇ ਵਿੱਚ ਆਫਿਸ ਹੈਗਾ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਔਰ ਸਾਡੇ ਇੱਕ ਹੋਰ ਦਰਸ਼ਕ ਦਾ ਕਾਲ ਲੈ ਲੈਂਦੇ ਹਾਂ, ਫਿਰ ਅਸੀਂ ਜਿਹੜੀ ਚਰਚਾ ਨੂੰ ਜਾਰੀ ਕਰਦੇ ਹਾਂ ਜੀ। ਮੇਰੀ ਬੇਨਤੀ ਰਹੇਗੀ ਸਾਡੇ ਸਾਰੇ ਦਰਸ਼ਕਾਂ ਨੂੰ, ਪਲੀਜ਼ ਥੋੜਾ ਜਿਹਾ ਠਰਮਾ ਰੱਖ ਲਿਆ ਕਰੋ, ਕਤਾਰ 'ਚ ਇੰਤਜ਼ਾਰ ਕਰ ਲਿਆ ਕਰੋ। ਤੁਸੀਂ ਹੁਣ ਇਸ ਜੀਟੀ ਦਾ ਜ਼ਿਕਰ ਕੀਤਾ ਸੀ, ਤਾਂ ਐਸਏਐਸ ਮੋਹਾਲੀ ਕਿੱਦਾਂ ਜੀਟੀ ਕਲੀਅਰ ਕਰਨ 'ਚ ਕਿਵੇਂ ਸਟੂਡੈਂਟ ਦੀ ਹੈਲਪ ਕਰੇਗਾ, ਕਿਹੜੀਆਂ ਬੇਸਿਕ ਟਰਮਸ ਐਂਡ ਕੰਡੀਸ਼ਨ ਰਹਿਣਗੀਆਂ ਜਿਹੜੀਆਂ ਤੁਸੀਂ ਸਟੂਡੈਂਟ ਨੂੰ ਦੱਸ ਦਿਓ, ਇਸ ਦਾ ਜਵਾਬ ਚਾਹੂੰਗੀ। ਪਹਿਲਾਂ ਸਾਡੇ ਦਰਸ਼ਕ ਦਾ ਸਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹੈਲੋ, ਸਤਿ ਸ਼੍ਰੀ ਅਕਾਲ ਮੈਮ ਜੀ। ਮੈਡਮ ਥੋੜਾ ਜਿਹਾ ਨੈਟਵਰਕ ਛੋ ਜਾਓ, ਟੀਵੀ ਤੋਂ ਦੂਰ ਹੋ ਜਾਓ ਜੀ। ਕੀ ਸਵਾਲ ਹੈ? ਹੈਲੋ ਮੈਡਮ ਟੀਵੀ ਤੋਂ ਦੂਰੀ ਬਣਾ ਲਓ। ਕੀ ਸਵਾਲ ਹੈ ਤੁਹਾਡਾ ਜੀ? ਧੰਨਵਾਦ ਸ਼ੋਅ ਦੇ ਵਿੱਚ ਕਾਲ ਕਰਨ ਲਈ। ਹਾਂਜੀ ਸਰ, ਕੀ ਕਹੋਗੇ ਤੁਸੀਂ? ਜੀ ਬਿਲਕੁਲ, ਜੀਟੀ ਦੇ ਲਈ ਤੁਹਾਡੇ ਜੋ ਏਜੰਟ ਦੀ ਗਾਈਡੈਂਸ ਹੈ ਜਾਂ ਏਜੰਟ ਦੇ ਸਕਿੱਲਸ ਹੈਗੇ ਕਾਫੀ ਮੈਟਰ ਅਪ ਕਰਦੇ ਆ। ਜੀਟੀ ਮੀਨਸ ਯੂਅਰ ਸੈਮੀ ਟ੍ਰਾਇਲ ਆਫ ਯੂਅਰ ਐਪਲੀਕੇਸ਼ਨ, ਕਿ ਜਿਹੜੀ ਤੁਸੀਂ ਫਾਈਲ ਹਾਈ ਕਮਿਸ਼ਨ 'ਚ ਲੋਕ ਕਰਨੀ ਹੈ, ਜੀਟੀ ਜਦ ਤੱਕ ਕਲੀਅਰ ਨਹੀਂ ਹੋਗੀ ਦੈਨ ਤੱਕ ਤੁਹਾਡੀ ਫਾਈਲ ਅੱਗੇ ਪ੍ਰੋਸੀਡ ਨਹੀਂ ਹੋਏਗੀ। ਹੁਣ ਜੀਟੀ ਦੇ ਵਿੱਚ ਸਭ ਤੋਂ 3 ਚੀਜ਼ਾਂ ਇੰਪੋਰਟੈਂਟਸ ਹੁੰਦੀਆਂ। ਸਭ ਤੋਂ ਪਹਿਲੇ ਆ ਗਏ ਤੁਹਾਡੇ ਫਾਈਨੈਂਸ਼ੀਅਲਸ, ਕਿ ਤੁਹਾਡੀ ਸੋਰਸ ਆਫ ਇਨਕਮ, ਕਿ ਜੇ ਤੁਸੀਂ 35-40 ਲੱਖ ਦੇ ਫੰਡਸ ਤਾਂ ਦਿਖਾ ਰਹੇ ਹੋ, ਉਹਦਾ ਓਰੀਜਨ ਕੀ ਹੈਗਾ। ਦੂਸਰਾ ਡਿਪੈਂਡ ਕਰਦੇ ਆ ਤੁਹਾਡਾ ਇੰਟਰਵਿਊ, ਕਿ ਤੁਹਾਡੀ ਜਿਹੜੀ ਇੰਟਰਵਿਊ ਦੀ ਪ੍ਰੈਪਰੇਸ਼ਨ ਹੈ ਤੁਹਾਡੇ ਏਜੰਟ ਨੇ ਕਿਵੇਂ ਕਰਵਾਈ ਹੈ। ਥਰਡ ਆਉਂਦੀ ਹੈ ਤੁਹਾਡੀ ਐਸਓਪੀ, ਕਿ ਜਿਹੜੀ ਤੁਹਾਡੀ ਸਟੇਟਮੈਂਟ ਆਫ ਪਰਪਸ ਹੈ, ਤੁਹਾਡੇ ਕੋਰਸ ਦੀ ਕਿੰਨੀ ਕੁ ਰੈਲੀਵੈਂਸੀ ਹੈ, ਉਹਦੇ ਕਰਕਸ, ਕੋਰਸ ਦੇ ਕੰਟੈਂਟਸ ਕਿੰਨੇ ਕੁ ਵਧੀਆ ਮੈਚ ਕਰਦੇ ਆ। ਤੇ ਜਦੋਂ ਵੀ ਜੀਟੀ ਦੀ ਗੱਲ ਆਉਂਦੀ ਨਾ, ਸਭ ਤੋਂ ਅਹਿਮੀਅਤ ਜ਼ਿਆਦਾ ਫੰਡਸ ਦੀ। ਹੁਣ ਜੀਟੀ ਦੇ ਵਿੱਚ ਕੀ ਹੈਗਾ ਕਿ ਬਾਈ ਦਾ ਵੇ, ਜਿਵੇਂ ਮਨਪ੍ਰੀਤ ਦੇ ਕੇਸ ਦੀ ਗੱਲ ਕਰਦੇ, ਇਹਨਾਂ ਨੂੰ 35-40 ਲੱਖ ਦੇ ਫਾਈਨੈਂਸ਼ੀਅਲ ਚਾਹੀਦੇ ਆ, ਲਿਵਿੰਗ ਐਕਸਪੈਂਸ ਮੇਨ ਐਪਲੀਕੈਂਟ ਤੇ ਸਪਾਊਸ ਦਾ ਇੰਨਾ ਕੁ ਬਣ ਜਾਂਦਾ ਹੈ। ਹੁਣ ਪ੍ਰੋਪਰ ਕੀ ਹੈ ਕਿ ਬੰਦੇ ਕੋਲ ਯਾਰ 30 ਲੱਖ ਦੀ ਜਵਾਬਦੇਹੀ ਤਾਂ ਹੈਗੀ ਹੈ, ਹੁਣ 5-7 ਲੱਖ ਦੀ ਜਵਾਬਦੇਹੀ ਨਹੀਂ ਹੈਗੀ, 2 ਲੱਖ ਦੀ ਜਵਾਬਦੇਹੀ ਨਹੀਂ ਹੈਗੀ, ਉਸ ਸਟੇਜ ਤੇ ਆ ਕੇ ਵੀ ਤੁਹਾਡੀ ਜੀਟੀ ਹੋਲਡ ਹੋ ਸਕਦੀ ਹੈ। ਤੇ ਜੀਟੀ ਇੱਕ ਬੜਾ ਪੇਸ਼ੈਂਸ ਵਾਲਾ ਕਹਿ ਲਓ ਕਿ ਇੱਕ ਪ੍ਰੋਸੈਸ ਹੈਗਾ। ਦੇਖੋ ਜੀਟੀ ਜਦ ਤੱਕ ਜੇ ਤੁਹਾਡੀ ਕਲੀਅਰ ਹੈ, ਦੈਟਸ ਮੀਨ ਤੁਹਾਡਾ 95% ਵੀਜ਼ਾ ਡਨ ਹੈ। 5% ਅੱਗੇ ਜਸਟ ਤੁਹਾਡਾ ਅੰਬੈਸੀ ਦਾ ਡਿਸੀਜਨ ਹੈਗਾ ਕਿ ਜੋ ਤੁਹਾਡੇ ਓਵਰਆਲ ਪੇਪਰ ਵਰਕ ਦੇ ਉੱਤੇ ਉਹ ਫਾਈਂਡ ਅਪ ਕਰਨਗੇ। ਸੋ ਜੀਟੀ ਦੇ ਵਿੱਚ ਜੋ ਪ੍ਰੋਪਰ ਬਾਏ ਦਾ ਫਸਟ ਟੂ ਲਾਸਟ ਤੱਕ ਤੁਹਾਡੇ ਪੇਪਰ ਵਰਕ ਰੈਡੀ ਕਰਨ ਦੇ ਲਈ, ਤੁਹਾਡੇ A to Z ਡਾਕੂਮੈਂਟੇਸ਼ਨ ਦੇ ਲਈ, A to Z ਤੁਹਾਡੇ ਫਾਈਨੈਂਸ਼ੀਅਲਸ ਦੇ ਲਈ, ਕਿ ਕਿਸ ਅਕੋਰਡਿੰਗ ਤੁਹਾਡੇ ਸੋਰਸ ਆਫ ਇਨਕਮ ਨੂੰ ਆਪਾਂ ਰੀਜ਼ਨ ਨੂੰ ਜਸਟੀਫਾਈ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਸਾਡੇ ਦਰਸ਼ਕ ਜਿਹੜੇ ਨੇ ਉਹ ਥੋੜਾ ਜਿਹਾ ਟਰਮਾ ਰੱਖ ਲਿਓ। ਤੁਹਾਡੀਆਂ ਕਾਲਸ ਅਸੀਂ 1 ਬਾਏ 1 ਲਵਾਂਗੇ। ਸੈਮੀਨਾਰ 5 ਜੂਨ ਨੂੰ ਕੁਰੂਕਸ਼ੇਤਰਾ ਦੇ ਵਿੱਚ ਹੋਣ ਜਾ ਰਿਹਾ। ਸੋ ਤੁਸੀਂ ਜਿਹੜੇ ਵੀ ਸਾਡੇ ਦਰਸ਼ਕ ਨੇ ਕੁਰੂਕਸ਼ੇਤਰ ਦੇ ਲਾਗੇ ਬੰਨੇ ਦੇ ਰਹਿਣ ਵਾਲੇ ਨੇ, ਉਹ ਉੱਥੇ ਸ਼ਮੂਲੀਅਤ ਕਰ ਸਕਦੇ ਨੇ, ਆਪਣੇ ਜਿਹੜੇ ਸਵਾਲ ਹੈ ਸਾਂਝੇ ਕਰ ਸਕਦੇ ਨੇ। ਪਿੱਛੇ ਵੀ ਕਈ ਸੈਮੀਨਾਰ ਜਿਹੜੇ ਉਹ ਐਸਐਸ ਮੋਹਾਲੀ ਵੱਲੋਂ ਆਰਗੇਨਾਈਜ਼ ਕਰਵਾਏ ਗਏ ਨੇ। ਸੋ ਸਰ ਪਿਛਲੇ ਜਿੱਦਾਂ ਸੈਮੀਨਾਰ ਹੋਏ, ਕਿੱਦਾਂ ਦਾ ਉਹਨਾਂ ਦਾ ਰਿਸਪੌਂਸ ਰਿਹਾ? ਔਰ ਵੱਡੇ ਪੱਧਰ ਦੇ ਉੱਤੇ ਜਦੋਂ ਤੁਸੀਂ ਸਟੂਡੈਂਟਸ ਨਾਲ ਰਾਬਤਾ ਕੀਤਾ ਨਾ, ਤਾਂ ਇੱਕ ਤਾਂ ਸਟੂਡੈਂਟਸ ਨੂੰ ਉੱਥੇ ਆਉਣ ਦਾ ਫਾਇਦਾ ਕੀ ਮਿਲਿਆ, ਮੈਂ ਉਹਦੇ ਬਾਰੇ ਜਾਣਨਾ ਚਾਹੂੰਗੀ। ਦੂਜਾ ਸਟੂਡੈਂਟ ਦੇ ਮਨਾਂ 'ਚ ਕੀ ਕੁਐਰੀ ਸੀ, ਸਭ ਤੋਂ ਜ਼ਿਆਦਾ ਕਿੱਦਾਂ ਦੀ ਕੁਐਰੀ ਦੇ ਬੱਚੇ ਉੱਥੇ ਆਏ, ਬੱਚਿਆਂ ਦੇ ਜ਼ਿਹਨ 'ਚ ਕਿੱਦਾਂ ਦੇ ਸਵਾਲ ਉੱਥੇ ਤੁਹਾਨੂੰ ਦੇਖਣ ਨੂੰ ਮਿਲੇ? ਜੀ ਬਿਲਕੁਲ, ਜੋ ਸਾਡਾ ਆਫਿਸ ਹੈਗਾ, ਜੋ ਸਾਡੀ ਸੈਮੀਨਾਰ ਦੀ ਲੜੀ ਚੱਲ ਰਹੀ ਹੈ, ਉਹਦੇ ਵਿੱਚ ਇੱਕ ਸੈਮੀਨਾਰ ਸਾਡਾ 5 ਜੂਨ ਨੂੰ ਕੁਰੂਕਸ਼ੇਤਰਾ ਦੇ ਵਿੱਚ ਡਿਵਾਈਨ ਸੂਟਸ ਕਲਾਰਕਿਨ ਹੋਟਲ ਦੇ ਵਿੱਚ ਹੋਣਾ ਜਾ ਰਿਹਾ। ਹੁਣ ਜਿਵੇਂ ਗੱਲ ਕਰਦੇ ਆ ਡੋਰ ਟੂ ਡੋਰ ਕੰਪੇਨਿੰਗ ਵਾਲਾ ਹਿਸਾਬ ਹੈਗਾ, ਕਿ ਜੋ ਬੱਚੇ ਡਿਸਟੈਂਸ ਇਸ਼ੂ ਕਰਕੇ ਮੋਹਾਲੀ ਤੱਕ ਨਹੀਂ ਪਹੁੰਚ ਪਾਉਂਦੇ, ਜਿੰਦਾ ਸਾਡੇ ਨਾਲ ਬਾਈ ਫੇਸ ਕੋਆਰਡੀਨੇਸ਼ਨ ਨਹੀਂ ਹੋ ਪਾਉਂਦੀ, ਜਾਂ ਕਹਿ ਲਓ ਕਿੰਨਾ ਗਰਮੀ ਦਾ ਮਾਹੌਲ ਚੱਲ ਰਿਹਾ ਤੇ ਬੰਦਾ ਘਰੋਂ ਨਹੀਂ ਨਿਕਲ ਰਿਹਾ, ਸੋ ਉਹਨਾਂ ਲਈ ਅਸੀਂ ਡੋਰ ਟੂ ਡੋਰ ਕੰਪੇਨਿੰਗ ਕਰ ਰਹੇ ਹਾਂ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਉਹਦੇ ਨੀਅਰ ਬਾਈ ਜਾਈਏ। ਹੁਣ ਸੈਮੀਨਾਰ ਦੇ ਵਿੱਚ ਕੀ ਹੁੰਦਾ ਹੈ ਕਿ ਜ਼ਿਆਦਾਤਰ ਜੋ ਸੈਮੀਨਾਰ ਸਾਡਾ ਕਰਨ ਦਾ ਕਾਰਨ ਕੀ ਹੈਗਾ ਕਿ ਬੱਚੇ ਤਾਂ ਆ ਜਾਂਦੇ ਆ, ਉਹਨਾਂ ਦੇ ਮਾਪੇ ਨਹੀਂ ਆ ਪਾਉਂਦੇ। ਹੁਣ ਕੱਲਾ ਇੱਕ ਬੱਚਾ ਡਿਸੀਜਨ ਨਹੀਂ ਲੈ ਸਕਦਾ, ਸੋ ਆਪਾਂ ਉੱਥੇ ਜਾ ਕੇ ਉਹਦੇ ਪੇਰੈਂਟਸ ਆਉਂਦੇ ਆ, ਪੇਰੈਂਟਸ ਦੀ ਕੁਐਰੀ ਹੁੰਦੀ ਹੈ ਕਿ ਕਿਸ ਅਕੋਰਡਿੰਗ ਇਹਦਾ ਪ੍ਰੋਸੈਸ ਰਹੂਗਾ,
ਕਿਆ ਸਾਡਾ ਆਉਣ ਦਾ ਫਾਇਦਾ ਹੈਗਾ। ਹੁਣ ਬੀ ਏ ਪਾਰਟ ਆਫ ਦਾ ਸੈਮੀਨਾਰ, ਜੇ ਤੁਸੀਂ ਸੈਮੀਨਾਰ ਦਾ ਪਾਰਟ ਬਣਦੇ ਹੋ ਉਹਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਅਸੀਂ ਇੱਕ ਕਹਿ ਲਓ ਕਿ ਬੈਨੀਫਿਟਸ ਦਿੰਦੇ ਹੈਗੇ, ਜਿਵੇਂ ਔਨ ਦਾ ਸਪੋਟ ਆਫਰ ਲੈਟਰ, ਸਕੋਲਰਸ਼ਿਪ ਪੋਰਟਲਸ ਦਿੰਦੇ ਆ, ਠੀਕ ਹੈ, ਤੁਹਾਨੂੰ ਯੂਨੀਵਰਸਿਟੀ ਦੇ ਨਾਲ ਡਾਇਰੈਕਟ ਮਿਲਣ ਦਾ ਮੌਕਾ ਮਿਲਦਾ ਹੈ। ਤੁਹਾਡਾ ਸਾਡੇ ਕੋਲ ਸਪੈਸ਼ਲ ਜੋ ਸੈਮੀਨਾਰ ਦਾ ਪਾਰਟ ਹੈ, ਜਿਹਨੂੰ ਆਪਾਂ ਮੈਗਾ ਸੈਮੀਨਾਰ ਕਿਸ ਕੋਡਿੰਗ ਕਿਹਾ ਜਾਂਦਾ ਹੈ, ਇਕੱਲੇ ਇਹ ਨਹੀਂ ਹੈਗਾ ਕਿ ਅਸੀਂ ਐਡਮਿਸ਼ਨ ਕਾਊਂਟਰ ਲੈ ਕੇ ਤੇ ਤੁਹਾਡਾ ਸੈਮੀਨਾਰ ਓਕੇ ਹੈ। ਐਡਮਿਸ਼ਨ ਕਾਊਂਟਰ ਦੇ ਨਾਲ ਨਾਲ ਵੀ ਹੈਡ ਆਲਸੋ ਏ ਫਾਈਲਿੰਗ ਕਾਊਂਟਰ, ਕਿ ਜਿਸ ਤੇ ਆਪਾਂ ਤੁਹਾਨੂੰ ਜਸਟੀਫਾਈ ਕਰ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹ ਪੇਪਰ ਵਰਕ ਚਾਹੀਦਾ ਹੈ। ਦੇਖੋ ਨਾ, ਜ਼ਿਆਦਾਤਰ ਬੱਚੇ ਬੈਕ ਆਊਟ ਜਾਂ ਬੈਕ ਸਟੈਪ ਕਿਉਂ ਕਰਦੇ ਆ ਪ੍ਰੋਸੈਸ ਨੂੰ ਲੈ ਕੇ ਕਿ ਯਾਰ ਸਾਡੇ ਏਜੰਟ ਨੇ ਤਾਂ ਦੱਸਿਆ ਹੀ ਨਹੀਂ ਕਿ ਕੀ ਪੇਪਰ ਚਾਹੀਦੇ ਆ। ਹਾਂ ਬਿਲਕੁਲ, ਉਹ ਚੀਜ਼ਾਂ ਨਾ ਜਦੋਂ ਇੱਕ ਕੰਮ ਹੋ ਜਾਂਦਾ ਉਹ ਹੋਣ ਤੋਂ ਬਾਅਦ ਦੂਜੀ ਚੀਜ਼ ਭੇਜਦੇ ਆ। ਹਾਂ ਜੀ ਬਿਲਕੁਲ, ਜਿਹਦੇ ਨਾਲ ਬੱਚੇ ਦਾ ਟਾਈਮ ਬਹੁਤ ਵੇਸਟ ਹੋ ਜਾਂਦਾ। ਸੋ ਇਸੇ ਲਈ ਬਾਏ ਦਾ ਫਸਟ ਆਪਾਂ ਸੈਮੀਨਾਰ ਦੇ ਵਿੱਚ ਇੱਕ ਸਾਡਾ ਜਿਹੜਾ ਇੱਕ ਚੇਨਿੰਗ ਪ੍ਰੋਸੈਸ ਹੈਗਾ ਕਿ ਬੱਚੇ ਨੂੰ ਪ੍ਰੋਪਰ ਕਾਉਂਸਲ ਕੀਤਾ ਜਾਂਦਾ ਹੈ ਕਿ ਤੁਹਾਡੀ ਪ੍ਰੋਫਾਈਲ ਦੇਖੋ। ਜ਼ਿਆਦਾਤਰ ਬੱਚੇ ਆਉਂਦੇ ਕਿ ਯਾਰ ਮੈਂ ਇਸ ਕੰਟਰੀ ਜਾਣਾ। ਹੁਣ ਮੈਂ ਕਈ ਵਾਰ ਸ਼ੋਅ ਦੇ ਵਿੱਚ ਗੱਲ ਕਹਿ ਚੁੱਕਿਆ ਕਿ ਕੰਟਰੀ ਸਾਡੇ ਅਕੋਰਡਿੰਗ ਨਹੀਂ ਟੁਕੂਗੀ, ਸਾਨੂੰ ਕੰਟਰੀ ਦੇ ਅਕੋਰਡਿੰਗ ਕੰਪਰੋਮਾਈਜ਼ ਕਰਨਾ ਪਊਗਾ। ਸੋ ਇੱਕ ਐਗਜ਼ੈਕਟ ਕਾਉਂਸਲਿੰਗ, ਐਗਜ਼ੈਕਟ ਅਸੈਸਮੈਂਟ, ਐਗਜ਼ੈਕਟ ਫਾਈਲਿੰਗ ਸਟੇਟਸ, ਉਹ ਪ੍ਰੋਪਰ ਜੋ ਸੈਮੀਨਾਰ ਦਾ ਪਾਰਟ ਬਣਦਾ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ। ਔਰ ਸਭ ਤੋਂ ਜ਼ਿਆਦਾ ਜੋ ਸਾਡਾ ਅੱਜ ਸ਼ੋਅ ਦਾ ਮੇਜਰ ਟੌਪਿਕ ਹੈਗਾ ਸੀ ਕਿ ਤੁਸੀਂ ਇਨਟੇਕ ਨੂੰ ਲੈ ਕੇ ਕਿਆ ਵਰੀਡ ਹੈ। ਜਦੋਂ ਦੇਖੋ ਨਾ, ਬੱਚਾ ਇੰਨੀ ਦੇਰ ਆਫਰ ਲੈਟਰ ਅਪਲਾਈ ਕਰ ਜਾਂਦਾ, ਮਹੀਨਾ ਆਫਰ ਲੈਟਰ ਨਹੀਂ ਆਉਂਦਾ। ਉਹ ਬੀ ਏ ਪਾਰਟ ਆਫ ਦਾ ਸੈਮੀਨਾਰ, ਜੇ ਤੁਸੀਂ ਸੈਮੀਨਾਰ ਦਾ ਪਾਰਟ ਹੋ, ਤੁਹਾਨੂੰ ਕੰਡੀਸ਼ਨਲ ਆਫਰ ਲੈਟਰ ਅਸੀਂ ਔਨ ਦਾ ਸਪੋਟ ਬਾਈ ਦਾ ਯੂਨੀਵਰਸਿਟੀ ਐਂਡ ਔਰ ਕਾਲਜ ਐਂਡ ਅਸੀਂ ਰਿਲੀਜ਼ ਕਰਵਾਉਂਦੇ ਹਾਂ। ਔਰ ਜੋ ਵੀ ਬੱਚੇ ਅੰਬਾਲਾ ਦੇ ਸੈਮੀਨਾਰ ਦੇ ਵਿੱਚ ਜਾਂ ਫਤਿਹਾਬਾਦ ਦੇ ਸੈਮੀਨਾਰ ਦੇ ਵਿੱਚ ਜੋ ਉਹਨਾਂ ਨੇ ਆਪਣਾ ਉਹ ਕਹਿ ਲਓ ਕਿ ਪਾਰਟ ਕੀਤਾ ਸੀ, ਉਹਨਾਂ ਦੀ ਅਸੀਂ ਫਾਈਲਿੰਗ ਪ੍ਰੋਸੈਸ ਕਰ ਰਹੇ ਹਾਂ ਪ੍ਰੋਪਰ A to Z। ਦੇ ਆਰ ਵੈਰੀ ਹੈਪੀ ਔਰ ਉਹਨਾਂ ਨੇ ਸਾਨੂੰ ਫੀਡਬੈਕ ਵੀ ਸਾਡੀ ਵੈਬਸਾਈਟ ਦੇ ਆਫੀਸ਼ੀਅਲ ਪੇਜ ਦੇ ਉੱਤੇ ਸਾਨੂੰ ਲਾਈਨ ਅਪ ਕੀਤੇ ਹੋਏ। ਠੀਕ ਹੈ ਜੀ, ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ। ਹਾਂਜੀ ਜੀ, ਮੇਰੀ ਬੇਨਤੀ ਰਹੇਗੀ ਪਲੀਜ਼ ਥੋੜਾ ਜਿਹਾ ਸ਼ਮਾ ਰੱਖ ਕੇ ਕਾਲ ਕਰਿਆ ਕਰੋ। ਤੁਸੀਂ ਆਫਰ ਲੈਟਰ ਦਾ ਜ਼ਿਕਰ ਕੀਤਾ ਕਿ ਔਨ ਦਾ ਸਪੋਟ ਆਫਰ ਲੈਟਰ ਤੁਸੀਂ ਪ੍ਰੋਵਾਈਡ ਕਰਵਾ ਕੇ ਦੋਗੇ ਸਟੂਡੈਂਟਸ ਨੂੰ। ਬਹੁਤ ਸਾਰੇ ਕੰਸਲਟੈਂਟ ਨੇ ਉਹ ਇਸ ਚੀਜ਼ ਦਾ ਦਾਵਾ ਕਰ ਦਿੰਦੇ ਨੇ ਕਈ ਵਾਰ ਕਿ ਜਦੋਂ ਤੁਹਾਨੂੰ ਔਨ ਦਾ ਸਪੋਟ ਆਫਰ ਲੈਟਰ ਮਿਲ ਜਾਂਦੀ ਹੈ ਜਾਂ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਆਫਰ ਲੈਟਰ ਮਿਲ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਤੁਹਾਡੀ ਐਜੂਕੇਸ਼ਨ ਦੇ ਨਾਲ ਕੰਪਰੋਮਾਈਜ਼ ਹੋ ਜਾਂਦਾ ਹੈ। ਤੁਹਾਨੂੰ ਵਧੀਆ ਯੂਨੀਵਰਸਿਟੀਜ਼ ਜਾਂ ਵਧੀਆ ਕਾਲਜਸ ਨਹੀਂ ਮਿਲਦੇ। ਜਿਹੜੇ ਵਧੀਆ ਕਾਲਜ ਆ ਉਹ ਤੁਹਾਨੂੰ 1 ਮਹੀਨੇ ਤੋਂ 3 ਮਹੀਨੇ ਦਾ ਇੰਤਜ਼ਾਰ ਕਰਵਾ ਕੇ ਹੀ ਆਫਰ ਲੈਟਰ ਦਿੰਦੇ ਨੇ। ਸੋ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ, ਇਸ ਦਾ ਜਵਾਬ ਚਾਹੂੰਗੀ। ਪਹਿਲਾਂ ਸਾਡੇ ਦਰਸ਼ਕ ਦੀ ਕਾਲ ਲੈਣੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ ਔਰ ਕਿੱਥੋਂ ਬੋਲ ਰਹੇ ਹੋ ਤੁਸੀਂ? ਜਸਪ੍ਰੀਤ ਗੱਲ ਕਰ ਰਿਹਾ ਜੀ, ਮੈਂ ਲੁਧਿਆਣੇ ਤੋਂ। ਠੀਕ ਹੈ, ਕਿ ਆਸਟ੍ਰੇਲੀਆ ਬਾਰੇ ਪੁੱਛਣਾ ਸੀਗਾ ਜੀ ਮੈਂ। ਕੀ ਸਵਾਲ ਹੈ ਜਸਪ੍ਰੀਤ ਤੁਹਾਡਾ ਆਸਟ੍ਰੇਲੀਆ ਨੂੰ ਲੈ ਕੇ? ਮੈਂ ਮੇਰੀ ਨਾ +2 ਕੀਤੀ ਸੀ ਮੈਂ 2017 ਦੇ ਵਿੱਚ। +2 ਮੈਂ ਆਇਲਟਸ ਚ ਨਾ ਮੇਰੇ 5.5 ਆਏ ਨੇ ਨਾ ਓਵਰਆਲ। ਓਕੇ, ਠੀਕ ਹੈ। ਤੇ 2 ਚ ਮੈਂ ਮੇਰੇ 5 ਨੇਗੇ। ਓਕੇ, ਮੈਂ ਉਹ ਪੁੱਛਣਾ ਸੀ ਕਿ ਮੈਂ ਆਸਟ੍ਰੇਲੀਆ ਕਰ ਸਕਦਾ? ਜਸਪ੍ਰੀਤ 2017 ਤੋਂ ਬਾਅਦ ਕੀ ਕਰ ਰਹੇ ਹੋ ਤੁਸੀਂ? ਮੈਂ 2017 ਤੋਂ ਬਾਅਦ ਮੈਂ 1 ਸਾਲ ਦਾ ਕੰਪਿਊਟਰ ਦਾ ਕੋਰਸ ਕੀਤਾ ਸੀਗਾ। ਉਸ ਤੋਂ ਬਾਅਦ ਕੁਝ ਨਹੀਂ ਕੀਤਾ ਮੈਂ। ਕੁਝ ਵੀ ਨਹੀਂ ਕਰ ਰਹੇ? ਕੁਝ ਤਾਂ ਕਰ ਰਹੇ ਹੋਣਗੇ, ਘਰ ਦਾ ਕੰਮ ਜਾਂ ਕੋਈ ਚੀਜ਼ਾਂ, ਕੁਝ ਵੀ ਨਹੀਂ ਕਰ ਰਹੇ? ਨਹੀਂ, ਮੈਂ ਫ੍ਰੀ ਰਿਹਾ ਸੀ, ਉਹਦੀ ਫੈਮਿਲੀ ਪ੍ਰੋਬਲਮ ਸੀ ਤਾਂ ਕਰਕੇ। ਓਕੇ, ਤੁਹਾਡੇ ਪਰਸੈਂਟੇਜ ਕੀ ਸੀਗੇ +2 ਦੇ? +2 ਚ ਮੈਂ ਮੇਰੇ 67% ਸੀਗੇ। ਕੀ ਸਬਜੈਕਟ ਸੀਗਾ? ਮੈਂ ਆਰਟਸ ਸੀਗੀ। ਓਕੇ ਜੀ, ਤੁਸੀਂ ਨਾ ਆਪਣਾ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕੀ ਕਹੋਗੇ ਸੁਭਾਸ਼ ਸਰ, 2017 ਦੇ ਵਿੱਚ +2 ਕੀਤੀ ਹੈ ਜਸਪ੍ਰੀਤ ਨੇ ਔਰ ਬੈਂਡ ਸਕੋਰ ਵੀ ਜਿੱਦਾਂ ਉਹਨੇ ਦੱਸਿਆ ਵੀ 5.5 ਜੀ। ਹਾਂ, ਤੇ 2 ਚ 5 ਨੇ। ਕੋਈ ਆਪਸ਼ਨ ਮਿਲ ਸਕਦੀ ਹੈ? ਡੈਫੀਨੇਟਲੀ ਦੇਖੋ, ਐਕਚੁਅਲੀ ਕੀ ਹੈਗਾ ਇਹਦੇ ਵਿੱਚ, ਜਦੋਂ ਬੱਚਾ 17 ਪਾਸ ਆਊਟ ਹੈਗਾ, 5.5 ਬੈਂਡ ਹੈਗੇ ਆ ਔਰ 1 ਸਾਲ ਦੇ ਦੇਖੋ DC ਹੈਗੀ ਹੈ। ਇਵੇਂ ਦੀ ਪ੍ਰੋਫਾਈਲਾਂ ਸਾਨੂੰ ਡੇਲੀ ਦੇ ਵਿੱਚ ਹਜ਼ਾਰਾਂ ਪ੍ਰੋਫਾਈਲਾਂ ਇੰਟਰੋਡਕਸ਼ਨ ਦੇ ਵਿੱਚ ਆਉਂਦੀਆਂ। ਬਟ ਇਹਨਾਂ ਦਾ ਹੇਅਰਸ ਏ ਗੁੱਡ ਆਪਸ਼ਨਸ ਇਨ ਦਾ ਆਸਟ੍ਰੇਲੀਆ, ਜਿਹਦੇ ਵਿੱਚ ਤੁਸੀਂ ਟ੍ਰੇਡ ਕੋਰਸਿਸ ਦੇ ਵਿੱਚ ਜਾ ਸਕਦੇ ਹੋ, SOL ਦੇ ਵਿੱਚ ਜਾ ਸਕਦੇ ਹੋ। ਔਰ ਸੈਕੰਡਲੀ ਤੁਹਾਨੂੰ ਵੈਟ ਲੈਵਲ ਦੇ ਕਾਲਜਿਸ, ਵੋਕੇਸ਼ਨਲ ਐਜੂਕੇਸ਼ਨ ਟ੍ਰੇਨਿੰਗ ਕਾਲਜਿਸ, ਜੋ ਤੁਹਾਨੂੰ ਇਸ ਪ੍ਰੋਫਾਈਲ ਤੇ ਵੈਲਕਮ ਕਰਦੇ ਆ। ਪਰ ਲੇਕਿਨ ਇੱਕ ਮੇਰਾ ਮੰਨਣਾ ਹੈ ਕਿ ਕੇਲਾ ਐਡਮਿਸ਼ਨ ਲੈਣਾ ਇੱਕ ਦਾ ਵੀਜ਼ਾ ਦਾ ਸਕਸੈਸ ਨਹੀਂ ਹੈਗਾ। ਸਭ ਕੁਝ ਕਰਾ ਕੇ ਤੁਹਾਨੂੰ ਹਾਈ ਕਮਿਸ਼ਨ ਦੇ ਦਰਵਾਜ਼ੇ ਤੇ ਜਾਣੇ ਪੈਣਾ। ਸੋ ਜਸਪ੍ਰੀਤ, ਜੇ ਇਸ ਪ੍ਰੋਫਾਈਲ ਦੇ ਨਾਲ ਜੇ ਤੁਸੀਂ ਆਸਟ੍ਰੇਲੀਆ ਕਹਿੰਦੇ ਹੋ, ਇਹਦੇ ਚਾਂਸਿਸ 50-50 ਹੈ। ਪਰ ਜੇ ਤੁਸੀਂ ਡੈਫੀਨੇਟਲੀ ਯੂ ਵਾਂਟ ਏ ਵੀਜ਼ਾ ਕਿ ਮੈਨੂੰ ਪ੍ਰੋਪਰ 110% ਵੀਜ਼ਾ ਚਾਹੀਦਾ ਹੈ, ਜਿਵੇਂ ਤੁਸੀਂ ਦੱਸਿਆ ਕਿ 18 ਤੋਂ ਬਾਅਦ ਤੁਸੀਂ ਫ੍ਰੀ ਹੋ, ਤੇ ਤੁਸੀਂ ਅਗਰ ਗੈਪ ਦੀ ਆਪਣੀ ਪੂਰਤੀ ਕਰ ਲੈਂਦੇ ਹੋ, ਗੈਪ ਦਾ ਪ੍ਰੋਪਰ ਤੁਸੀਂ ਹਾਈ ਕਮਿਸ਼ਨ ਨੂੰ ਜਸਟੀਫਿਕੇਸ਼ਨ ਦੇ ਦਿੰਦੇ ਹੋ, ਦੈਨ ਆਸਟ੍ਰੇਲੀਆ ਤੁਹਾਨੂੰ ਇਸ ਪ੍ਰੋਫਾਈਲ ਦੇ ਉੱਤੇ ਵੈਲਕਮ ਕਰੂਗਾ।
ਬਿਕੋਜ਼ ਜੇ ਆਪਾਂ ਦਸੀਏ ਕਿ 18 ਤੋਂ ਬਾਅਦ ਤੁਸੀਂ ਫ੍ਰੀ ਹੋ, ਤੁਸੀਂ ਕੁਝ ਨਹੀਂ ਕੀਤਾ, ਦੈਨ ਤੁਹਾਨੂੰ ਕਿਸੇ ਵੀ ਕੰਟਰੀ ਦੀ ਹਾਈ ਕਮਿਸ਼ਨ ਜਾਂ ਕੋਈ ਵੀ ਵੀਜ਼ਾ ਆਫੀਸਰ ਤੁਹਾਨੂੰ ਵੈਲਕਮ ਨਹੀਂ ਕਰੂਗਾ, ਬਿਕੋਜ਼ ਗੈਪ ਇੱਕ ਇੱਦਾਂ ਦਾ ਸਿੰਗਲ ਡਾਕੂਮੈਂਟ ਹੈ ਕਿ ਜੋ ਤੁਹਾਡੇ ਲੱਖਾਂ ਰੁਪਏ ਲਗਾਏ ਬਰਬਾਦ ਕਰ ਸਕਦਾ। ਬਿਲਕੁਲ। ਸੋ ਉਮੀਦ ਹੈ ਤੁਹਾਨੂੰ ਜਸਪ੍ਰੀਤ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਜੀ। ਬਿਲਕੁਲ ਆਫਰ ਲੈਟਰ ਤੇ ਫਿਰ ਤੋਂ ਜਵਾਬ ਚਾਹੂੰਗਾ। ਹਾਂ ਜੀ ਬਿਲਕੁਲ, ਮੇਰਾ ਨਹੀਂ ਇਸ ਚੀਜ਼ ਨੂੰ ਮੰਨਣਾ ਹੈਗਾ, ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਕਿ ਜੇ ਤੁਹਾਡਾ ਆਫਰ ਲੈਟਰ ਔਨ ਦਾ ਸਪੋਟ ਮਿਲ ਗਿਆ ਤੇ ਦੈਟਸ ਮੀਨ ਤੁਹਾਡੀ ਪ੍ਰੋਫਾਈਲ ਦੇ ਨਾਲ, ਤੁਹਾਡੀ ਐਜੂਕੇਸ਼ਨ ਦੇ ਨਾਲ ਕੋਈ ਕੰਪਰੋਮਾਈਜ਼ ਕੀਤਾ ਜਾ ਰਿਹਾ ਹੈ। ਐਕਚੁਅਲੀ ਕੀ ਹੁੰਦਾ ਹੈ ਕਿ ਆਫਰ ਲੈਟਰ ਇੱਕ ਹੋ ਗਿਆ, ਆਫਰ ਲੈਟਰ ਇੱਕ ਹੋ ਗਿਆ ਕੰਡੀਸ਼ਨਲ ਆਫਰ ਲੈਟਰ। ਹੇਅਰਸ ਏ ਬਿਗ ਡਿਫਰੈਂਸ, ਕਹਿ ਲਓ ਕਿ ਜ਼ਮੀਨ ਆਸਮਾਨ ਦਾ ਡਿਫਰੈਂਸ ਹੈਗਾ। ਔਰ ਐਕਚੁਅਲੀ ਕੀ ਹੈਗਾ, ਉਹ ਚੀਜ਼ ਗਲਤ ਹੈ ਕਿ ਜੋ ਏਜੰਟ ਆਪਣੇ ਲੈਵਲ ਤੇ ਖੁਦ ਆਫਰ ਲੈਟਰ ਬਣ ਰਿਹਾ, ਬਿਕੋਜ਼ ਏਜੰਟ ਕੋ, ਇੱਕ ਕੰਸਲਟੈਂਟ ਕੋ, ਇੱਕ ਇਮੀਗ੍ਰੇਸ਼ਨ ਤੋਂ ਇੰਨਾ ਰਾਈਟ ਨਹੀਂ ਹੈਗਾ ਕਿ ਉਹ ਔਨ ਦਾ ਸਪੋਟ ਖੁਦ ਆਫਰ ਲੈਟਰ ਦੇ ਸਕਦਾ ਹੈ। ਵੀ ਆਰ ਪ੍ਰੋਵਾਈਡਿੰਗ ਦਾ ਆਫਰ ਲੈਟਰ ਔਨ ਦਾ ਬੇਸਿਸ ਆਫ ਕਾਲਜ ਐਂਡ ਯੂਨੀਵਰਸਿਟੀਜ਼। ਠੀਕ ਹੈ, ਸਾਡੇ ਕੋਲ ਪ੍ਰੈਕਟੀਕਲੀ ਫਿਜ਼ੀਕਲੀ ਯੂਨੀਵਰਸਿਟੀਜ਼ ਕਾਊਂਟਰਸ ਅਵੇਲੇਬਲ ਹੈਗੇ ਆ, ਜੋ ਉਹਨਾਂ ਦੀ ਐਡਮਿਸ਼ਨ ਵਿੰਗ, ਉਹਨਾਂ ਦਾ ਐਡਮਿਸ਼ਨ ਸੈਟਸ ਔਨ ਦਾ ਸਪੋਟ, ਜੇ ਤੁਹਾਡੀ ਪ੍ਰੋਫਾਈਲ ਜਸਟੀਫਾਈ ਹੋ ਜਾਂਦੀ ਹੈ, ਜੇ ਤੁਸੀਂ ਉਹਨਾਂ ਦੀ ਐਲੀਜੀਬਿਲਿਟੀ ਨੂੰ ਫੁੱਲਫਿਲ ਕਰ ਲੈਂਦੇ ਆ, ਦੈਨ ਦੇ ਵਿਲ ਪ੍ਰੋਵਾਈਡ ਯੂ ਦਾ ਆਫਰ। ਹਾਂ, ਜੇ ਮੈਂ ਕਹਾਂ ਕਿ ਆਫਰ ਲੈਟਰ ਦੇਣਾ ਮੇਰੇ ਹੱਥ ਹੈ, ਉਹ ਚੀਜ਼ ਗਲਤ ਹੈ। ਅੱਛਾ, ਉਸ ਚੀਜ਼ ਦਾ ਤੁਸੀਂ ਵੀ ਪ੍ਰੋਪਰ ਤਰੀਕੇ ਨਾਲ ਖੰਡਨ ਕਰਦੇ ਹੋ ਜੀ। ਸੋ ਉਮੀਦ ਆ ਤੁਹਾਡੇ ਮਨ 'ਚ ਇਹ ਵੀ ਜਿਹੜੀ ਕੁਐਰੀ ਹੈ ਇਹਦਾ ਤੁਹਾਨੂੰ ਜਵਾਬ ਮਿਲ ਚੁੱਕਿਆ ਹੋਵੇਗਾ। ਡੈਲੀਗੇਟਸ ਔਰ ਰਿਪਰੈਜ਼ੈਂਟੇਟਿਵ ਮੌਜੂਦ ਹੋਣਗੇ ਇਸ ਸੈਮੀਨਾਰ ਦੇ ਵਿੱਚ? ਡੈਫੀਨਿਟਲੀ ਸਾਡੇ ਯੂਕੇ ਤੋਂ ਡੈਲੀਗੇਟਸ, ਸਾਡੇ ਆਸਟ੍ਰੇਲੀਆ ਤੋਂ ਡੈਲੀਗੇਟਸ, ਕੈਨੇਡਾ ਤੋਂ ਡੈਲੀਗੇਟਸ, ਪ੍ਰੋਪਰਲੀ ਦੇਖੋ ਨਾ, ਇੱਕ ਹੋ ਗਿਆ ਸੈਮੀਨਾਰ, ਜਦੋਂ ਅਸੀਂ ਨਾਮ ਅਟੈਚ ਕਰਦੇ ਹਾਂ ਮੇਗਾ ਸੈਮੀਨਾਰ, ਤਾਂ ਮੇਗਾ ਸੈਮੀਨਾਰ ਦੇ ਵਿੱਚ ਵੀ ਆਰ ਪ੍ਰੋਵਾਈਡਿੰਗ ਆਵਰ ਲੈਵਲ ਆਵਰ ਬੈਸਟ, ਕਿ ਆਪਾਂ ਟਰਾਈ ਕਰਦੇ ਹਾਂ ਕਿ ਆਪਣਾ ਲੈਵਲ ਬੈਸਟ ਦਈਏ ਕਿ ਤੁਹਾਨੂੰ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਏ ਦਾ ਫਸਟ ਟੂ ਲੈ ਕੇ ਲਾਸਟ ਤੱਕ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ। ਔਰ ਸਪੈਸ਼ਲੀ ਜੋ ਸਾਡਾ ਆਫਿਸ ਹੈਗਾ ਸੈਮੀਨਾਰ ਦੇ ਵਿੱਚ ਤੁਹਾਨੂੰ ਅਹਿਮੀਅਤ ਕੀ ਦੇ ਰਿਹਾ, ਪ੍ਰੀ ਲੈਂਡਿੰਗ ਸਰਵਿਸਿਜ਼ ਤਾਂ ਦੇ ਹੀ ਰਿਹਾ, ਆਫਟਰ ਦੈਟ ਪੋਸਟ ਲੈਂਡਿੰਗ ਸਰਵਿਸਿਜ਼ ਵੀ ਦੇ ਰਿਹਾ। ਹੁਣ ਐਕਚੁਅਲ 'ਚ ਜ਼ਿਆਦਾਤਰ ਬੱਚਿਆਂ ਦੇ ਮਾਂ-ਬਾਪ ਦੀ ਕੁਐਰੀ ਹੁੰਦੀ ਹੈ ਕਿ ਯਾਰ ਬੱਚੇ ਦਾ ਵੀਜ਼ਾ ਤਾਂ ਆ ਗਿਆ, ਵੀਜ਼ਾ ਆਉਣ ਤੋਂ ਬਾਅਦ ਸਾਡੇ ਏਜੰਟ ਨੇ ਸਾਡੇ ਤੋਂ ਪੱਲਾ ਛਡਾ ਲਿਆ, ਸਾਨੂੰ ਦੱਸਿਆ ਨਹੀਂ ਹੈਗਾ ਕਿ ਸਾਨੂੰ ਲੈਣ ਕੌਣ ਆਊਗਾ, ਕਿਵੇਂ ਅੱਗੇ ਪ੍ਰੋਸੈਸ ਹੋਊਗਾ। ਸੋ ਜਦੋਂ ਆਪਾਂ ਕਹਿ ਲਓ ਕਿ ਬੱਚੇ ਨੂੰ ਯੂਨੀਵਰਸਿਟੀ ਦੇ ਨਾਲ ਪ੍ਰੈਕਟੀਕਲੀ ਫਿਜ਼ੀਕਲੀ ਮੀਟ ਕਰਵਾਉਂਦੇ ਆ, ਦੇ ਆਰ ਪ੍ਰੋਵਾਈਡਿੰਗ ਐਵਰੀਥਿੰਗ, ਕਿ ਉਹ ਦੱਸਦੇ ਆ ਕਿ ਕਿਵੇਂ ਜੇ ਤੁਹਾਡਾ ਵੀਜ਼ਾ ਆ ਜਾਂਦਾ ਇਸ ਇਨਟੇਕ ਦਾ, ਸਾਡੀ ਪਰਟੀਕੂਲਰ ਟਰਾਂਸਪੋਰਟੇਸ਼ਨ ਸਰਵਿਸਿਜ਼ ਹੈਗੀ ਹੈ, ਸਾਡੇ ਕੋਲ ਹੋਸਟਲ ਫੈਸਿਲਿਟੀ ਹੈਗੀ ਹੈ, ਕਿ ਜਿਹਦੇ ਵਿੱਚ ਮਾਂ-ਬਾਪ ਦੀ ਜਿਹੜੀ ਕਹਿ ਲਓ ਕਿ ਇੱਕ ਟੈਨਸ਼ਨ ਹੈਗੀ ਉਹ ਘਟ ਜਾਂਦੀ ਹੈ। ਔਰ ਕਿਉਂਕਿ ਮਾਂ-ਬਾਪ ਸੋਚਦੇ ਆ ਪੈਸਾ ਵੀ ਲਗਾਤਾ ਯਾਰ, ਬੱਚਾ ਵੀ ਚਲਾ ਗਿਆ, ਫਿਰ ਵੀ ਜੇ ਜਾ ਕੇ ਉਹਨੂੰ ਪ੍ਰੋਪਰ ਸਰਵਿਸਿਜ਼ ਨਾ ਮਿਲੀਆਂ ਤਾਂ ਕਿਤੇ ਨਾ ਕਿਤੇ ਬੰਦਾ ਹਰਾਸ ਹੁੰਦਾ। ਹਾਂ ਬਿਲਕੁਲ, ਬੱਚਾ ਜਾ ਕੇ ਉੱਥੇ ਟੈਨਸ਼ਨ ਦੇ ਵਿੱਚ ਤਾਂ ਆਉਂਦਾ ਹੀ ਹੈ, ਫਿਰ ਉਹਨੇ ਜਾ ਕੇ ਉੱਥੇ ਕੀ ਪੜ੍ਹਾਈ ਕਰਨੀ ਹੈ ਜਦੋਂ ਰਹਿਣ ਦਾ ਇੰਤਜ਼ਾਮ ਨਹੀਂ ਹੁੰਦਾ ਹੈਗਾ, ਔਰ ਸਾਰੀਆਂ ਚੀਜ਼ਾਂ ਨੇ। ਅੱਛਾ, ਇੱਕ ਮੋਡਿਊਲ 'ਚ ਜਿਹੜੇ ਸਟੂਡੈਂਟ ਦਾ 5.5 ਬੈਂਡ ਸਕੋਰ ਹੈਗਾ, ਕੀ ਕੈਨੇਡਾ ਉਹਨਾਂ ਬੱਚਿਆਂ ਨੂੰ ਕੈਨੇਡਾ ਬਾਰੇ ਸੋਚਣਾ ਚਾਹੀਦਾ ਜਾਂ ਫਿਰ ਕਿਸੇ ਹੋਰ ਮੁਲਕ ਦਾ ਸੋਚ ਲੈਣ ਜ਼ਿਆਦਾ ਅੱਛਾ ਹੈਗਾ ਆ? ਦੇਖੋ, ਜਦੋਂ ਆਪਾਂ ਬੈਂਡ ਸਕੋਰ ਦੀ ਗੱਲ ਕਰਦੇ ਹਾਂ ਨਾ ਕਿ 1 ਚੋਂ 5.5 ਹੈ ਜਾਂ 2 ਚੋਂ 5.5 ਹੈ, ਯਾਰ ਤੁਹਾਡੇ ਕੈਨੇਡਾ ਦੇ ਦਰਵਾਜ਼ੇ ਬੰਦ ਹੋ ਗਏ, ਤੁਹਾਡੇ ਆਸਟ੍ਰੇਲੀਆ ਦੇ ਦਰਵਾਜ਼ੇ ਬੰਦ ਹੋ ਗਏ। ਐਕਚੁਅਲ 'ਚ ਕੀ ਹੈ, ਜੋ ਮੈਂ ਸਟਾਰਟਿੰਗ 'ਚ ਇੱਕ ਚੀਜ਼ ਕਹੀ ਸੀ ਕਿ ਜਿੰਨੀ ਚਾਦਰ ਉਹਨੇ ਪੈਰ ਫਸਾਰੀ ਹੈ। ਹੁਣ ਜੇ ਤੁਹਾਡੇ ਓਵਰਆਲ 6 1 ਚੋਂ 5.5 ਹੈ, ਤੇ ਕਿਉਂ ਨਾ ਯਾਰ ਅਸੀਂ ਕੋਰਸ ਹੀ ਚੂਜ਼ ਕਰੀਏ ਕਿ ਉਸ ਕਾਲਜ ਜਾਂ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੀ ਓਵਰਆਲ 6 1 ਚੋਂ 5.5 ਦੀ ਹੈ। ਹੁਣ ਜੇ ਅਸੀਂ ਕੋਰਸ ਨੂੰ ਹੱਥ ਪਾ ਲਾਂਗੇ 6 ਵਾਲੇ ਨੂੰ, ਉਹ ਬਾਈ ਡਿਫਾਲਟ ਆ ਤੁਸੀਂ ਰਿਫਿਊਜ਼ ਹੋ। ਔਰ ਐਕਚੁਅਲ 'ਚ ਜਦੋਂ ਤੁਹਾਡੇ 1 ਚੋਂ 5.5 ਆ ਗਿਆ ਜਾਂ 2 ਚੋਂ 5.5 ਆ ਗਿਆ, ਤੁਹਾਡੀ ਜਿਹੜੀ ਐਡਮਿਸ਼ਨ ਇੰਨੀ ਕੁ ਸੋਲਿਡ ਚਾਹੀਦੀ ਹੈ, ਤੁਹਾਡੀ SOP ਇੰਨੀ ਕੁ ਸੋਲਿਡ ਚਾਹੀਦੀ ਹੈ ਕਿ ਵੀਜ਼ਾ ਆਫੀਸਰ ਇਸ ਚੀਜ਼ ਨੂੰ ਸਮਝੇ ਕਿ ਬੱਚਾ ਤਾਂ ਹਾਰਡ ਵਰਕਿੰਗ ਸੀ, ਪਰ ਬਟ ਐਟ ਦਾ ਟਾਈਮ ਆਫ ਇੰਗਲਿਸ਼ ਪ੍ਰੋਫੀਸ਼ੀਐਂਸੀ ਉਹ ਆਪਣਾ 100% ਨਹੀਂ ਦੇ ਪਾਇਆ। ਸੋ ਇਸ ਚੀਜ਼ ਨੂੰ ਪ੍ਰੋਪਰ ਜਿਹੜੀ ਆਪਾਂ ਐਡਮਿਸ਼ਨ ਕਾਉਂਸਿਲ ਕਹਿੰਦੇ ਹਾਂ। ਠੀਕ ਹੈ ਜੀ। ਸੋ ਸਾਡੇ ਦਰਸ਼ਕ ਸਾਡੇ ਨਾਲ ਕਤਾਰ 'ਚ ਜੁੜੇ ਹੋਏ ਨੇ। ਸਾਡੇ ਨੈਕਸਟ ਕਾਲਰ ਦਾ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਸ਼ੋਅ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਥੋੜਾ ਜਿਹਾ ਟਰਮਾ ਰੱਖ ਲਿਆ ਕਰੋ, ਬੇਨਤੀ ਹੈ ਦਰਸ਼ਕਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ? ਹਾਂਜੀ ਮੈਮ, ਆ ਰਹੀ ਹੈ। ਹਾਂਜੀ, ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਮ ਦੀਕਸ਼ਾ ਗੱਲ ਕਰ ਰਹੀ ਹਾਂ। ਦੀਕਸ਼ਾ, ਕਿੱਥੋਂ ਬੋਲ ਰਹੇ ਹੋ ਦੀਕਸ਼ਾ ਤੁਸੀਂ? ਮੈਮ ਮੈਂ ਦਸੂਏ ਤੋਂ ਗੱਲ ਕਰਦੀ ਪਈ। ਦਸੂਏ ਤੋਂ। ਕੀ ਸਵਾਲ ਹੈ ਦੀਕਸ਼ਾ ਤੁਹਾਡਾ? ਮੈਮ ਮੈਂ ਨਾ ਆਸਟ੍ਰੇਲੀਆ ਬਾਰੇ ਪੁੱਛਣਾ। ਕੀ ਕੁਐਰੀ ਹੈ ਤੁਹਾਡੀ? ਹੈਲੋ। ਹਾਂਜੀ ਹਾਂਜੀ, ਕੀ ਕੁਐਰੀ ਹੈ ਤੁਹਾਡੀ ਦੀਕਸ਼ਾ? ਮੈਮ ਮੈਂ ਆਸਟ੍ਰੇਲੀਆ ਦੀ ਪੁੱਛਣਾ ਹੈ। ਗ੍ਰੈਜੂਏਸ਼ਨ ਕੀਤੀ 2021 ਦੇ ਵਿੱਚ। 2021 ਗ੍ਰੈਜੂਏਸ਼ਨ, ਠੀਕ ਹੈ। ਬੈਂਡ ਸਕੋਰ ਕੀ? ਕੁਝ ਨਹੀਂ ਮੈਮ, ਉਹ ਤੋਂ ਬਾਅਦ ਮੈਂ ਫ੍ਰੀ ਹਾਂ, ਸਿਰਫ ਕਾਲਜ ਦਾ ਪੇਪਰ ਦਿੱਤਾ। ਓਕੇ। ਤੇ ਮੈਨੂੰ ਦੀਕਸ਼ਾ ਤੁਹਾਡਾ ਆਇਲਸ ਦਾ ਸਕੋਰ ਕੀ ਹੈਗਾ? ਓਵਰਆਲ 6 ਮੈਡਮ, 1 ਤੋਂ 5.5। ਓਕੇ, 2021 ਤੋਂ ਬਾਅਦ ਹੋਰ ਕੁਝ ਨਹੀਂ ਕੀਤਾ। ਓਕੇ, ਜਿਹੜੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਕਿਹੜੀ ਸਟਰੀਮ ਦੇ ਵਿੱਚ ਕੀਤੀ ਹੈ ਤੇ ਤੁਹਾਡਾ ਉਹਦਾ ਕੀ ਸਕੋਰ ਹੈਗਾ ਆ? ਆਵਾਜ਼ ਆ ਰਹੀ ਹੈ ਤੁਹਾਨੂੰ? ਮੈਮ ਆਵਾਜ਼ ਕੱਟ ਕੇ ਆ ਰਹੀ ਹੈ। ਹਾਂਜੀ ਦੀਕਸ਼ਾ, ਥੋੜਾ ਜਿਹਾ ਨੈਟਵਰਕ 'ਚ ਹੋ ਤੁਸੀਂ। ਤੁਹਾਡੀ ਜਿਹੜੀ ਤੁਸੀਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਉਹਦੇ 'ਚ ਕੀ ਸਕੋਰ ਹੈਗਾ? ਕਿਹੜੀ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਆਪਣੀ? ਮੈਮ ਮੈਂ
ਬੀਏ ਕੀਤੀ ਹੈ ਬੀਏ ਕੀਤੀ ਹੈ, ਓਕੇ। ਤੇ ਬੀਏ ਚ ਕਿੰਨੇ ਨੰਬਰ ਨੇ ਤੇ ਸਬਜੈਕਟ ਕੀ ਕੀ ਸੀ ਤੁਹਾਡੇ ਕੋਲ ਬੀਏ ਦੇ? ਮੈਮ ਮੇਰੇ ਕੋਲ 65% ਮਾਰਕਸ ਨੇ ਓਵਰਆਲ। 65%, ਓਕੇ ਜੀ। ਤੁਸੀਂ ਟੀਵੀ ਸਪਾਊਸ ਕੇਸ ਤਾਂ ਨਹੀਂ ਹੈ ਤੁਹਾਡਾ? ਨਹੀਂ ਮੈਮ ਸਪਾਊਸ ਕੇਸ ਨਹੀਂ। ਓਕੇ ਜੀ, ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ। ਜੀ ਬਿਲਕੁਲ ਦੀਕਸ਼ਾ, 5.5 ਇੱਕ ਮੋਡਿਊਲ ਦੇ ਵਿੱਚ। ਹਾਂਜੀ sir। ਡੈਫੀਨਿਟਲੀ ਇਹਨਾਂ ਦੀ ਪ੍ਰੋਫਾਈਲ ਲੈਵਲ 1 ਦੀ ਅੱਛੀ ਯੂਨੀਵਰਸਿਟੀ ਦੇ ਲਈ ਪੀਜੀ ਕੋਰਸ ਨੂੰ ਈਜ਼ੀਲੀ ਅਪਰੋਚ ਕਰ ਸਕਦੇ ਆ। ਹੁਣ ਮੋਸਟ ਪ੍ਰੋਬਬਲੀ ਇਸ ਟਾਈਮ ਜ਼ਿਆਦਾ ਕੁਐਰੀ ਹੀ ਆਸਟ੍ਰੇਲੀਆ ਨੂੰ ਲੈ ਕੇ ਆ, ਬਿਕੋਜ਼ ਹਰ ਇੱਕ ਬੱਚੇ ਨੂੰ ਪਤਾ ਕਿ ਇਸ ਟਾਈਮ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਜਿਹੜੇ ਰਿਜ਼ਲਟ ਹੈਗੇ ਆ ਵਧੀਆ ਹੈਗੇ ਆ। ਔਰ ਸੈਕੰਡਲੀ ਜਿਵੇਂ ਦੀਕਸ਼ਾ ਤੁਹਾਡੇ ਓਵਰਆਲ 6 ਚੋਂ 5.5 ਹੈ, ਤੇ ਤੁਸੀਂ ਆਪਣੀ ਪ੍ਰੋਫਾਈਲ ਦੇ ਵਿੱਚ ਹੁਣ ਖਾਸਾ ਗੈਪ ਨਾ ਲੈ ਕੇ ਜਾਓ। ਐਕਚੁਅਲੀ ਕਾਰਨ ਕੀ ਹੈ ਇਸ ਚੀਜ਼ ਦਾ? ਇਸ ਟਾਈਮ ਤਾਂ ਤੁਹਾਨੂੰ ਹਰ ਇੱਕ ਲੈਵਲ 1 ਦੀ ਯੂਨੀਵਰਸਿਟੀ ਵੈਲਕਮ ਕਰ ਰਹੀ ਹੈ, ਚਾਹੇ ਉਹ ਵਿਕਟੋਰੀਆ ਦੇ ਵਿੱਚ ਹੈ, ਚਾਹੇ ਉਹ ਨਿਊ ਸਾਊਥ ਵੇਲਸ ਹੈ, ਚਾਹੇ ਸਦਰਨ ਆਸਟ੍ਰੇਲੀਆ, ਚਾਹੇ ਤਸਮਾਨੀਆ ਹੈ। ਇਹਦੇ ਵਿੱਚ ਤੁਸੀਂ ਇਸ ਟਾਈਮ ਅਕੋਰਡਿੰਗ ਟੂ ਯੂਰ ਡਿਜ਼ਾਇਰ ਆਪਣੀ ਬੇਸਿਕ ਲੋਕੇਸ਼ਨ ਆਪਣੇ ਅਕੋਰਡਿੰਗ ਤੁਸੀਂ ਕੋਰਸ ਚੂਜ਼ ਕਰ ਸਕਦੇ ਹੋ, ਜ਼ਿਆਦਾ ਲੈਂਥੀ ਨਾ ਲੈ ਕੇ ਜਾਓ। ਔਰ ਸੈਕੰਡਲੀ ਇਹਦੇ ਵਿੱਚ ਤੁਸੀਂ ਲੈਵਲ 1 ਦੀ ਐਸੀ ਅੱਛੀ ਯੂਨੀਵਰਸਿਟੀਜ਼ ਹੈਗੀਆਂ ਜੋ ਜੇ ਤੁਹਾਡੇ 2021 ਪਾਸ ਆਊਟ ਹੋ 1 ਚੋਂ 5.5 ਹੈ ਤੇ ਉਹਨਾਂ ਦੇ ਵਿੱਚ ਜੀਟੀ ਵੀ ਵੇਵ ਆਫ ਹੈ। ਸੋ ਇਸ ਦੇ ਨਾਲ ਤੁਸੀਂ ਇਸ 골ਡਨ ਓਪਰਚੁਨਿਟੀ ਨੂੰ ਅਪਰੋਚ ਕਰ ਸਕਦੇ ਹੋ, ਲਾਹਾ ਲੈ ਸਕਦੇ ਹੋ ਤੁਸੀਂ। ਅੱਛਾ, ਜਿਵੇਂ ਸਰ ਦੀਕਸ਼ਾ ਦੀ ਪ੍ਰੋਫਾਈਲ ਹੈਗੀ ਆ, ਆਸਟ੍ਰੇਲੀਆ ਦੀਕਸ਼ਾ ਅਪਲਾਈ ਕਰਨਾ ਚਾਹੁੰਦੀ ਹੈ, ਤਾਂ ਕੀ ਤੁਸੀਂ ਦੀਕਸ਼ਾ ਨੂੰ ਓਰੀਜਨਲ ਏਰੀਆ ਵੱਲ ਨੂੰ ਰੁਝਾਨ ਕਰਨ ਦਾ ਸੁਜੈਸਟ ਕਰੋਗੇ ਜਾਂ ਫਿਰ ਓਵਰਆਲ ਆਸਟ੍ਰੇਲੀਆ ਕਿਤੇ ਵੀ ਚਲੇ ਜਾਵੇ, ਇਹਨਾਂ ਵਾਸਤੇ ਸਾਰਾ ਹੀ ਸੇਮ ਹੀ ਰਹਿਣ ਵਾਲਾ ਹੈ ਸਿਨੈਰੀਓ? ਦੇਖੋ ਐਕਚੁਅਲੀ ਕੀ ਹੁੰਦਾ ਹੈ, ਇੱਕ ਬੱਚੇ ਦੀ ਆਪਣੀ ਵੀ ਡਿਜ਼ਾਇਰ ਹੁੰਦੀ ਹੈ ਕਿ ਬਾਈ ਦਾ ਵੇ ਮੇਰੇ ਉੱਥੇ ਸਾਂਭਣ ਵਾਲੇ ਬੈਠੇ ਆ, ਮੇਰੇ ਉਹ ਬੈਠੇ ਆ। ਐਕਚੁਅਲੀ ਮੈਂ ਰੀਜਨਲ ਏਰੀਆ ਨੂੰ ਜ਼ਿਆਦਾ ਅਪਰੋਚ ਕਰਦਾ ਬਾਈ ਡਿਫਾਲਟ ਹੈ। ਕੱਲ ਨੂੰ ਤੁਸੀਂ ਕਿਸੇ ਸਿਟੀ ਸੈਂਟਰ 'ਚ ਵੀ ਸਟੱਡੀ ਕਰਕੇ ਪੀਆਰ ਦੇ ਲਈ ਤੁਹਾਨੂੰ ਰੀਜਨਲ 'ਚ ਜਾਣਾ ਪੈਣਾ, ਤੇ ਮੇਰਾ ਤਾਂ ਇਹੀ ਮੰਨਣਾ ਕਿ ਬਾਏ ਦਾ ਫਸਟ ਹੀ ਤੁਸੀਂ ਰੀਜਨਲ ਨੂੰ ਅਪਰੋਚ ਕਰੋ ਕਿ ਤੁਹਾਡੀ ਉੱਥੇ ਸੈਟਲਮੈਂਟ ਵਧੀਆ ਹੋ ਜਾਏ। ਸੋ ਇਸ ਪ੍ਰੋਫਾਈਲ ਦੇ ਨਾਲ ਤੁਸੀਂ ਰੀਜਨਲ ਏਰੀਆ, ਆਊਟਸਕਰਟਸ, ਸਿਟੀ ਸੈਂਟਰ ਹਰ ਇੱਕ ਨੂੰ ਅਪਰੋਚ ਕਰ ਲੈਂਦੇ, ਬਿਕੋਜ਼ ਜੋ ਪੀਜੀ ਕੋਰਸ ਦੀ ਰਿਕੁਆਇਰਮੈਂਟ ਹੈਗੀ ਹੈ ਉਹ ਦੀਕਸ਼ਾ ਦੀ ਪ੍ਰੋਫਾਈਲ ਉਸ ਚੀਜ਼ ਨੂੰ ਅਸੈਪਟ ਕਰੇਗੀ। ਮੀਟ ਕਰ ਰਹੀ ਹੈ ਦੀਕਸ਼ਾ, ਤੁਹਾਡੀ ਪ੍ਰੋਫਾਈਲ ਅੱਛੀ ਪ੍ਰੋਫਾਈਲ ਹੈ। ਸਾਡੇ ਸ਼ੋਅ ਤੋਂ ਬਾਅਦ ਕਾਲ ਕਰ ਲਿਓ। ਸਾਡੇ ਨੈਕਸਟ ਦਰਸ਼ਕ ਨਾਲ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਜੀ ਮੈਡਮ, ਕੀ ਸਵਾਲ ਹੈ ਤੁਹਾਡਾ? ਕੀ ਨਾਮ ਹੈ ਤੁਹਾਡਾ ਔਰ ਤੁਸੀਂ ਕਿੱਥੋਂ ਬੋਲ ਰਹੇ ਹੋ? ਮੈਂ ਮਨਪ੍ਰੀਤ ਗੱਲ ਕਰ ਰਹੀ ਹਾਂ ਬਠਿੰਡੇ ਤੋਂ। ਠੀਕ ਹੈ ਮਨਪ੍ਰੀਤ, ਕੀ ਸਵਾਲ ਹੈ ਤੁਹਾਡਾ? ਮੈਂ ਐਕਚੁਅਲੀ ਨਾ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੈ 2018 ਚ। ਓਕੇ, ਉਸ ਤੋਂ ਬਾਅਦ ਕੀ ਕੀਤਾ? ਮੈਂ ਤੇ ਮੇਰੇ ਬੈਂਡ ਸਕੋਰ ਜਿਹੜਾ ਹੈਗਾ ਮੇਰੇ 3 ਚ 6 ਤੇ 5.5 ਆ। ਠੀਕ ਤੇ ਹੈ। ਮੈਂ ਆਪਣੇ ਹਸਬੰਡ ਤੇ ਬੱਚੇ ਨਾਲ ਮੂਵ ਹੋਣਾ ਚਾਹੁੰਦੀ ਹਾਂ। ਮੈਨੂੰ ਕੰਟਰੀ ਦਾ ਨਹੀਂ ਕਲੀਅਰ ਹੋ ਰਿਹਾ ਕਿ ਮੇਰੇ ਹਸਬੰਡ ਦੀ ਪਲੱਸ 2 ਹੈ, ਕੋਈ ਮੈਨੂੰ ਕਹਿੰਦਾ ਆਸਟ੍ਰੇਲੀਆ ਹੋ ਜਾਊਗਾ। ਓਕੇ, ਮੈਨੂੰ ਲੱਗਦਾ ਮੈਂ ਯੂਕੇ ਜਾਣਾ ਚਾਹੁੰਦੀ ਹਾਂ, ਮੇਰੀ ਮੇਨ ਤਾਂ ਯੂਕੇ ਲਈ ਜਾਣਾ। ਪਲੱਸ 2 ਤੁਹਾਡੇ ਹਸਬੰਡ ਨੇ ਕੀਤੀ ਹੈ, ਤੁਸੀਂ ਗ੍ਰੈਜੂਏਸ਼ਨ ਕੀਤੀ ਹੈ। ਗ੍ਰੈਜੂਏਸ਼ਨ ਚ ਕੀ ਸਬਜੈਕਟ ਪੜਿਆ ਤੁਸੀਂ? ਬੀਏ ਕੀਤੀ ਹੈ? ਬੀਏ ਕੀਤੀ ਹੈ ਜੀ। ਬੀਏ ਕਰੀ ਹੈ ਤੁਸੀਂ, ਓਕੇ। ਆਪਣੇ ਹਸਬੰਡ ਤੇ ਬੱਚੇ ਨਾਲ। ਬੱਚੇ ਦੀ ਏਜ ਕਿੰਨੀ ਹੈ ਤੁਹਾਡੇ ਦੀ? ਮੈਮ ਬੇਬੀ ਹਲੇ ਜਿਹੜਾ ਹੈਗਾ 2 ਇਅਰਸ ਦਾ। 2 ਇਅਰਸ ਦਾ। 18 ਤੋਂ ਬਾਅਦ ਕੀ ਕਰ ਰਹੇ ਹੋ ਤੁਸੀਂ ਮਨਪ੍ਰੀਤ? ਮੈਮ 18 ਤੋਂ ਬਾਅਦ ਮੇਰੀ ਜੌਬ ਐਕਸਪੀਰੀਅੰਸ ਹੈਗਾ। ਮੈਂ ਐਜ਼ ਅ ਜਿਹੜਾ ਹੈਗਾ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੀ ਹਾਂ। ਮੇਰੀ ਸੈਲਰੀ ਇਨ ਅਕਾਊਂਟ ਆ ਰਹੀ ਆ। ਸੈਲਰੀ ਅਕਾਊਂਟ ਦੇ ਵਿੱਚ। ਠੀਕ ਹੈ ਜੀ, ਤੁਸੀਂ ਆਪਣਾ ਜਵਾਬ ਸੁਣ ਸਕਦੇ ਹੋ ਜੀ। ਸਰ ਹੈਗੀਆਂ ਨੇ ਕੋਈ ਆਪਸ਼ਨ ਬੇਬੀ ਦੇ ਨਾਲ ਆਪਣੇ ਜਾਣਾ ਚਾਹੁੰਦੇ ਨੇ? ਜੀ ਬਿਲਕੁਲ, ਜ਼ਿਆਦਾਤਰ ਐਕਚੁਅਲੀ ਕੁਐਰੀ ਹੀ ਇੱਥੇ ਆਉਂਦੀ ਹੈ ਜਦੋਂ ਇੱਕ ਬੰਦਾ ਗ੍ਰੈਜੂਏਟ ਹੁੰਦਾ, ਇੱਕ ਪਲੱਸ 2 ਹੁੰਦਾ। ਹੁਣ ਦੇਖੋ ਇਹਨਾਂ ਨੇ ਕੀ ਕਿਹਾ, ਕੇਸ ਸਾਰੇ ਹੁੰਦੇ ਆਪਣੇ ਨਾਰਥ ਇੰਡੀਆ ਦੇ ਨਾਰਥ ਇੰਡੀਆ ਦੇ। ਔਰ ਐਕਚੁਅਲੀ ਕੀ ਹੁੰਦਾ ਜਿਵੇਂ ਹੁਣ ਬੇਬੀ ਹੈ, ਚਲੋ ਇੱਕ ਮੈਰਿਜ ਨੂੰ ਲੈ ਕੇ ਕੋਈ ਕੁਐਸਚਨ ਮਾਰਕ ਨਹੀਂ ਹੈ। ਜ਼ਿਆਦਾਤਰ ਜਦੋਂ ਆਪਾਂ ਸਪਾਊਸ ਕੇਸ ਪੰਚ ਕਰਦੇ ਆ ਨਾ, ਤੇ ਵੀਜ਼ਾ ਆਫਿਸਰ ਦੇ ਦਿਮਾਗ ਤੇ ਟੈਕਨੀਕਲੀ ਇੱਕ ਸੈਟਸ ਆਉਂਦੇ ਆ ਕਿ ਯਾਰ ਕਿਤੇ ਕੰਟਰੈਕਟ ਮੈਰਿਜ ਤਾਂ ਨਹੀਂ ਹੈਗੀ, ਬਿਕੋਜ਼ ਅਸੀਂ ਪੰਜਾਬੀਆਂ ਨੇ ਖਾਸਾ ਗਾ ਪਾਇਆ। ਹੁਣ ਦੇਖੋ ਬੇਬੀ ਹੈ, ਮੈਰਿਜ ਪੱਖੋਂ ਕੋਈ ਦਿੱਕਤ ਨਹੀਂ ਹੈਗੀ, ਦੇ ਹੈਡ ਏ ਸੋਲਿਡ ਐਵੀਡੈਂਸ। ਬਟ ਗੱਲ ਕਿੱਥੇ ਆਉਂਦੀ ਹੈਗੀ ਹੈ ਕਿ ਹੁਣ ਯੂਕੇ ਚੂਜ਼ ਕਰੀਏ, ਆਸਟ੍ਰੇਲੀਆ ਚੂਜ਼ ਕਰੀਏ, ਕੀ ਚੂਜ਼ ਕਰੀਏ? ਦੇਖੋ ਮਨਪ੍ਰੀਤ, ਤੁਸੀਂ ਇਸ ਪ੍ਰੋਫਾਈਲ ਦੇ ਨਾਲ ਆਸਟ੍ਰੇਲੀਆ ਨੂੰ ਨਹੀਂ ਹੱਥ ਪਾ ਸਕਦੇ, ਬਿਕੋਜ਼ ਆਸਟ੍ਰੇਲੀਆ ਦੀ ਜਿਹੜੀ ਵੀਜ਼ਾ ਰੇਟ ਹੈ, ਸਪਾਊਸ ਦੀ ਕੰਡੀਸ਼ਨਸ ਹੈਗੀ ਆ, ਬਹੁਤ ਯੂ ਸ਼ੁੱਡ ਆਰ ਗ੍ਰੈਜੂਏਟ। ਬਟ ਜੇ ਤੁਸੀਂ ਗੱਲ ਯੂਕੇ ਵਾਲੇ ਪਾਸੇ ਆਉਂਦੇ ਹੋ, ਜੇ ਤੁਸੀਂ ਆਰਕਿਊਐਫ ਲੈਵਲ 7 ਦੀ ਯੂਨੀਵਰਸਿਟੀ ਜਾਂ ਈਕੂਐਫ ਲੈਵਲ 6 ਦੀ ਯੂਨੀਵਰਸਿਟੀ ਨੂੰ ਅਪਰੋਚ ਕਰਦੇ ਹੋ ਆਊਟਰ ਲੰਡਨ ਦੇ ਵਿੱਚ, ਉਹਦੇ ਵਿੱਚ ਤੁਹਾਡੇ ਵੀਜ਼ਾ ਚਾਂਸਿਸ ਬਣ ਸਕਦੇ ਆ। ਪਰ ਬਟ ਮੇਕ ਸ਼ੋਰ ਜੇ ਤੁਸੀਂ ਇਕੱਲੇ ਮੂਵ ਕਰ ਜਾਓ, ਉਹ ਜ਼ਿਆਦਾ ਬੈਸਟ ਹੈ। ਕਾਰਨ ਕੀ ਹੈਗਾ ਕਿ ਤੁਹਾਡੇ ਜਿਹੜੀ ਹਸਬੰਡ ਦੀ ਹੈਗੀ ਹੈ ਪਲੱਸ 2 ਹੈਗੀ ਹੈ, ਆਫਟਰ 6 ਮੰਥ, ਇੱਕ ਸਮੈਸਟਰ ਬਾਅਦ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹੋ। ਮਤਲਬ ਇਹਨਾਂ ਦੇ ਲਈ ਆਸਟ੍ਰੇਲੀਆ ਔਰ ਯੂਕੇ ਦੋਨੇ ਹੀ ਠੀਕ ਰਹਿਣਗੇ, ਹਾਂ, ਲੇਕਿਨ ਇੰਡੀਵਿਜੂਅਲ ਇਕੱਲੇ ਠੀਕ ਹੈ। ਠੀਕ ਹੈ, ਉਮੀਦ ਹੈ ਮਨਪ੍ਰੀਤ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸਾਡੇ ਅਗਲੇ ਦਰਸ਼ਕ ਨਾਲ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਸੁਪ੍ਰੀਤ ਗੱਲ ਕਰ ਰਹੀ ਹਾਂ ਮੋਗਾ ਤੋਂ। ਸੁਖਪ੍ਰੀਤ ਮੋਗਾ ਤੋਂ। ਕੀ ਸਵਾਲ ਹੈ ਮੈਡਮ? ਮੈਂ ਕੈਨੇਡਾ ਦੀ ਸਟੱਡੀ ਵੀ ਕਰਨ ਲਈ ਪੁੱਛਣਾ ਸੀ ਮੈਂ। ਕੀ ਪ੍ਰੋਫਾਈਲ ਹੈ ਤੁਹਾਡੀ? ਮੈंने ग्रेजुएशन करी हुई है, मेरे 6 ईच बैंड में। 6 ਈਚ। ਗ੍ਰੈਜੂਏਸ਼ਨ ਕਦੋਂ ਕੀਤੀ ਹੈ ਮੈਡਮ ਜੀ ਆਪਾਂ? मैम 2018 ਉਸ ਤੋਂ ਬਾਅਦ ਕੀ ਕਰ ਰਹੇ ਹਾਂ ਜੀ? मैम उस तो बाद ना 2 साल का टीचिंग
ਦੈਨ ਮੈਮ ਉਸ ਤੋਂ ਬਾਅਦ ਕੋਰੋਨਾ ਦਾ ਥੋੜਾ ਟਾਈਮ ਨਹੀਂ ਐਕਸਪੀਰੀਅੰਸ ਆਫਟਰ ਦੈਟ ਫਿਰ ਐਕਸਪੀਰੀਅੰਸ ਹੈਗਾ ਹੁਣ ਦੀ ਡੇਟ ਤੱਕ। ਓਕੇ ਜੀ 6 ਈਚ ਸਕੋਰ ਹੈ ਤੁਹਾਡਾ ਤੇ ਗ੍ਰੈਜੂਏਸ਼ਨ ਕੀਤੀ ਹੈ BA ਕੀਤੀ ਹੈ ਹਨਾ। ਕੀ ਸਵਾਲ ਕੀ ਹੈ ਤੁਹਾਡਾ ਮੇਨ ਸਵਾਲ ਕੀ ਹੈ ਕਿ 6 ਈਚ ਦੇ ਉੱਪਰ ਫਾਈਲ ਲੱਗ ਜਾਏਗੀ ਜਾਂ ਨਹੀਂ ਜਾਂ ਵੀਜ਼ਾ ਆ ਜਾਏਗਾ ਜਾਂ ਨਹੀਂ, ਕੀ ਸਵਾਲ ਹੈ? ਕਾਲਜ ਦਾ ਇਸ਼ੂ ਆ ਰਿਹਾ ਕਿ ਕਾਲਜ ਨੂੰ ਚਾਹੀਦਾ ਕਿ ਸਟੱਡੀ ਤੋਂ ਬਾਅਦ ਵਰਕ ਪਰਮਿਟ ਮਿਲ ਜੇ। ਮੋਸਟਲੀ ਇਹ ਹੋ ਰਿਹਾ ਹੈ ਕਿ 6.5 ਦੀ ਨੀਡ ਹੈ। ਮੇਰੀ ਗੱਲ ਸੁਣੋ ਸੁਪ੍ਰੀਤ, ਪਹਿਲਾਂ ਤਾਂ ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਕਿ ਇਸ ਪ੍ਰੋਫਾਈਲ ਤੇ ਤੁਹਾਨੂੰ ਕੈਨੇਡਾ ਵੀਜ਼ਾ ਦੇਗਾ ਜਾਂ ਨਹੀਂ। ਕਾਲਜ ਦੀ ਗੱਲ ਬਾਅਦ ਚ ਆ ਜਾਂਦੀ ਹੈ। ਖੈਰ ਚਲੋ ਕੋਈ ਗੱਲ ਨਹੀਂ, ਸ਼ੋਅ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਨੂੰ ਹੁਣੇ ਸੁਭਾਸ਼ ਸਰ ਆਨਸਰ ਕਰਨਗੇ। ਸਰ ਕੀ ਕਹੋਗੇ ਇਸ ਪ੍ਰੋਫਾਈਲ ਦਾ ਕੀ ਫਿਊਚਰ ਹੈ ਕੈਨੇਡਾ ਦੇ ਵਿੱਚ? ਔਰ ਇਸ ਤੋਂ ਵੀ ਪਹਿਲਾਂ ਕੈਨੇਡਾ ਦਾ ਫਿਊਚਰ ਜਾਣਨ ਤੋਂ ਪਹਿਲਾਂ ਜਿਹੜਾ ਕਹਿੰਦੇ ਸੀ ਵੀ 2 ਮਿਲੀਅਨ ਅਰਾਊਂਡ ਬੈਕਲੌਗ ਕੈਨੇਡਾ 'ਚ ਭਰਿਆ ਪਿਆ, ਕਲੀਅਰ ਹੋਣਾ ਸ਼ੁਰੂ ਹੋਇਆ ਕਿ ਨਹੀਂ ਜਾਂ ਉਦਾਂ ਹੀ ਟਿਕਿਆ ਹੋਇਆ ਹਾਲੇ? ਦੇਖੋ ਡੈਫੀਨੇਟਲੀ ਕੀ ਹੈਗਾ, ਕਹਿੰਦੇ ਨਾ ਜਦੋਂ ਤੁਹਾਡੇ ਕੋਈ ਸੱਟ ਲੱਗ ਜਾਂਦੀ ਹੈ ਤੇ ਜ਼ਖਮ ਆਉਣ 'ਤੇ ਟਾਈਮ ਲੱਗਦਾ, ਦੈਟਸ ਦਾ ਸੇਮ ਕਾਈਂਡ ਆਫ ਐਗਜ਼ਾਮਪਲ। ਐਕਚੁਅਲੀ ਕੀ ਸੀ ਕਿ ਹਾਈ ਕਮਿਸ਼ਨ ਦੇ ਵਿੱਚ ਜਿਹੜੀਆਂ ਫਾਈਲ ਸੀ ਹੇਅਰਸ ਦਾ ਨੰਬਰ ਆਫ ਕੁਆਂਟੀਟੀ ਦੇ ਵਿੱਚ ਸੀ। ਸੋ ਇਸ ਚੀਜ਼ ਨੂੰ ਦੇਖੋ ਮੈਨ ਪਾਵਰ ਤਾਂ ਸੇਮ ਹੈ, ਪਰ ਬਟ ਫਿਰ ਵੀ ਕੈਨੇਡਾ ਹੁਣ ਆਪਣੇ ਕਹਿ ਲਓ ਕਿ ਬੈਕ ਟੂ ਬਿਜ਼ਨਸ ਜਿਹੜੇ ਰਿਜ਼ਲਟ ਰੇਸ਼ੋ ਨੂੰ ਬਹੁਤ ਈਜ਼ੀਲੀ ਬਹੁਤ ਫਾਸਟ ਟਰੈਕ ਤੇ ਕੰਮ ਕਰ ਰਿਹਾ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ ਡੇਢ ਮਹੀਨੇ ਦੇ ਵਿੱਚ ਉਹ ਮੋਸਟ ਪ੍ਰੋਬਬਲੀ ਜਿਵੇਂ ਪਹਿਲੇ ਬਾਇਓਮੈਟ੍ਰਿਕ ਡੇਟਸ ਕਾਫੀ ਲੈਂਥੀ ਜਾ ਰਹੀ ਸੀ, ਹੁਣ ਔਨ ਟਾਈਮਲੀ ਮਿਲ ਰਹੀ ਹੈ, ਡਿਸੀਜਨ ਟਾਈਮਲੀ ਆ ਰਿਹਾ। ਸੋ ਆਉਣ ਵਾਲੇ 1-2 ਮਹੀਨੇ ਦੇ ਵਿੱਚ ਡੈਫੀਨੇਟਲੀ ਕੈਨੇਡੀਅਨ ਹਾਈ ਕਮਿਸ਼ਨ ਇਸ ਚੀਜ਼ ਨੂੰ ਪ੍ਰੋਪਰ ਕਲੀਅਰ ਕਰ ਲੂਗਾ। ਹੁਣ ਗੱਲ ਕਰੀਏ ਸੁਖਪ੍ਰੀਤ ਦੀ ਪ੍ਰੋਫਾਈਲ ਉੱਤੇ। ਸੁਖਪ੍ਰੀਤ ਜੋ ਤੁਹਾਡੀ ਪ੍ਰੋਫਾਈਲ ਹੈ 6 ਈਚ ਬੈਂਡ ਸਕੋਰ ਹੈਗੇ ਆ, ਜੋ SDS ਕੈਟਾਗਰੀ ਦੀ ਬੇਸਿਕ ਰਿਕੁਆਇਰਮੈਂਟ ਹੈ, ਤੁਸੀਂ ਉਸ ਚੀਜ਼ ਨੂੰ ਫੁੱਲਫਿਲ ਕਰ ਰਹੇ ਹੋ। ਉਹ ਡੈਫੀਨੇਟਲੀ ਗੁੜੀਆ ਤੁਹਾਨੂੰ ਕੋਰਸ ਪਲੱਸ ਕਾਲਜ ਉਹ ਮਿਲੂਗਾ ਜੋ ਆਫਟਰ ਕੰਪਲੀਟੇਸ਼ਨ ਆਫ ਦਾ ਸਟੱਡੀ ਤੁਹਾਨੂੰ PSW ਦਿੰਦਾ ਹੋਊਗਾ, ਪੋਸਟ ਸਟੱਡੀ ਵਰਕ ਪਰਮਿਟ। ਬਾਕੀ ਜਿਹੜੀ ਰਹੀ ਗੱਲ ਜਿਵੇਂ ਤੁਸੀਂ ਦੱਸਿਆ ਕਿ 18 ਤੋਂ 20 ਤੱਕ ਦੀ ਜਸਟੀਫਿਕੇਸ਼ਨ ਹੈਗੀ ਹੈ, ਫਿਰ ਕਰੋਨਾ ਕਰਕੇ ਤੁਸੀਂ ਫ੍ਰੀ ਸੀ, ਅੱਗੇ ਜਵਾਬ ਦੀ ਹੈਗੀ ਹੈ। ਸੋ ਇਸ ਚੀਜ਼ ਨੂੰ ਅਸੀਂ ਪ੍ਰੋਪਰ SOP ਦੇ ਵਿੱਚ ਕਵਰ ਕਰਕੇ ਤੁਹਾਡਾ ਵੀਜ਼ਾ ਵੀ ਗੈਟ ਕਰ ਸਕਦੇ ਹਾਂ, ਉਹ ਕਾਲਜ ਵੀ ਤੁਹਾਨੂੰ ਸਰਕਾਰੀ ਮਿਲੂਗਾ। ਔਰ ਸੈਕੰਡਲੀ ਇਹਦੇ ਵਿੱਚ ਤੁਸੀਂ ਇਸ ਟਾਈਮ ਜੈਨ ਇਨਟੇਕ ਨੂੰ ਬੜੇ ਆਰਾਮ ਦੇ ਨਾਲ PG ਕੋਰਸ ਦੇ ਲਈ ਅਪਰੋਚ ਕਰ ਸਕਦੇ ਹੋ। ਸਰ ਸੁਭਾਸ਼ ਸਰ ਆਲਮੋਸਟ ਜਿਹੜੇ ਕੰਸਲਟੈਂਟ ਨੇ ਜ਼ਿਆਦਾਤਰ ਉਹ ਹੀ ਕਹਿੰਦੇ ਨੇ ਵੀ 6.5 ਹੀ ਗ੍ਰੈਜੂਏਸ਼ਨ ਵਾਲੇ ਬੱਚੇ ਨੂੰ ਸਕੋਰ ਚਾਹੀਦਾ ਹੈ। ਤਾਂ 6 ਈਚ ਤੇ ਕੀ ਫਿਰ ਲੋਕੇਸ਼ਨ ਨੂੰ ਲੈ ਕੇ ਹੋ ਜਾਏਗੀ ਥੋੜੀ ਐਡਜਸਟਮੈਂਟ ਜਾਂ ਕਿਸ ਤਰੀਕੇ ਨਾਲ ਇਹਨੂੰ ਵੀਜ਼ਾ ਕਿਵੇਂ ਗ੍ਰਾਂਟ ਹੋ ਸਕਦਾ ਹੈ? ਹਾਂ ਜੀ ਬਿਲਕੁਲ, ਐਕਚੁਅਲੀ ਕੀ ਹੈ ਗ੍ਰੈਜੂਏਸ਼ਨ ਦੇ ਵਿੱਚ ਹੇਅਰਸ ਅ ਨੰਬਰ ਆਫ ਕਾਲਜ ਯੂਨੀਵਰਸਿਟੀ ਇਨ ਦਾ ਕੈਨੇਡਾ ਜੋ 6 ਈਚ ਵਾਲੇ ਨੂੰ ਅਸੈਪਟ ਕਰਦੇ ਆ। ਠੀਕ ਹੈ, ਮਤਲਬ ਐਸਾ ਕੁਝ ਨਹੀਂ ਹੈਗਾ ਕਿ 6.5 ਹੋਣਗੇ ਤਾਂ ਹੀ ਤੁਸੀਂ ਜਾਓਗੇ। ਠੀਕ ਹੈ। ਸੋ ਮੈਡਮ ਤੁਸੀਂ ਸਾਡੇ ਸ਼ੋਅ ਤੋਂ ਬਾਅਦ ਕਾਲ ਕਰ ਲਿਓ। ਸਰ ਆਉਣ ਵਾਲੇ ਸਮਾਂ ਦੇ ਵਿੱਚ ਸੈਮੀਨਾਰ ਹੋਰ ਕਿੱਥੇ ਹੋਣ ਜਾ ਰਹੇ ਨੇ ਤੁਹਾਡੇ? ਕੁਰੂਕਸ਼ੇਤਰਾ ਦੇ ਵਿੱਚ 5 ਤਰੀਕ ਨੂੰ ਹੋਣ ਜਾ ਰਿਹਾ ਜੀ, ਤੁਸੀਂ ਇਹ ਜ਼ਰੂਰ ਨੋਟ ਕਰ ਲਿਓ ਜੀ। ਜੀ ਬਿਲਕੁਲ, ਜੋ ਸਾਡਾ ਪਹਿਲਾ ਸੈਮੀਨਾਰ ਹੈ, ਪਹਿਲੀ ਸਾਡੀ ਪੌੜੀ ਹੈਗੀ ਕੁਰੂਕਸ਼ੇਤਰਾ ਨੂੰ ਲੈ ਕੇ, ਬਿਕੋਜ਼ ਹੁਣ ਅਸੀਂ ਪ੍ਰੋਪਰ ਹਰਿਆਣੇ ਵਾਲੀ ਬੈਲਟ ਨੂੰ ਕਵਰ ਕਰ ਲਿਆ। ਹੁਣ ਜੋ ਸਾਡੇ ਆਉਣ ਵਾਲੇ ਸੈਮੀਨਾਰ ਦਾ ਜੋ ਸਾਡਾ ਮੇਜਰ ਫੋਕਸ ਹੈਗਾ ਉਹ ਪੰਜਾਬ ਦੇ ਵਿੱਚ ਹੈਗਾ, ਸਪੈਸ਼ਲੀ ਬਾਰਡਰ ਏਰੀਆਜ਼ ਦੇ ਵਿੱਚ, ਜਿਵੇਂ ਗੱਲ ਕਰੀਏ ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਇਸ ਬੈਲਟ ਨੂੰ ਵੀ ਅਸੀਂ ਕਵਰ ਕਰਾਂਗੇ। ਔਰ ਸੈਕੰਡਲੀ ਐਕਚੁਅਲੀ ਕੀ ਹੈ ਸਾਡਾ ਗੁਰਦਾਸਪੁਰ ਮੇਜਰ ਸੈਮੀਨਾਰ ਕਰਨ ਦਾ ਕਾਰਨ ਕੀ ਹੈਗਾ ਕਿ ਉੱਧਰ ਅਸੀਂ JNK, ਪਠਾਨਕੋਟ ਏਰੀਆ, ਗੁਰਦਾਸਪੁਰ ਏਰੀਆ, ਕਲਾਨੌਰ, ਡੇਰਾ ਬਾਬਾ ਨਾਨਕ, ਬਿਕੋਜ਼ ਇੱਥੋਂ ਚੰਡੀਗੜ੍ਹ ਦਾ ਡਿਸਟੈਂਸ ਕਾਫੀ ਜ਼ਿਆਦਾ ਹੈਗਾ। ਸੋ ਇੱਧਰ ਸਾਡਾ ਜ਼ਿਆਦਾ ਫੋਕਸ ਰਹੇਗਾ। ਠੀਕ ਹੈ ਜੀ। ਸੋ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਵੇਲਾ ਹੋ ਗਿਆ। ਸੁਨੇਹਾ ਕੀ ਸਾਂਝਾ ਕਰੋਗੇ ਸਾਡੇ ਦਰਸ਼ਕਾਂ ਦੇ ਨਾਲ? ਜੀ ਬਿਲਕੁਲ, ਮੇਰਾ ਉਨ ਸਾਰਾ ਬੱਚਿਆਂ ਨੂੰ ਮੈਸੇਜ ਹੈਗਾ ਕਿ ਜੋ ਬੱਚੇ ਆਪਣੇ ਫਿਊਚਰ ਨੂੰ ਲੈ ਕੇ ਵਰੀਡ ਹੈ ਤੇ ਅਬਰੋਡ ਜਾਣ ਦਾ ਪਲਾਨ ਕਰ ਰਿਹਾ ਤੇ ਜੋ ਵੀ ਸਾਡੇ ਨਾਲ ਪਹਿਲੇ ਕੰਸਲਟ ਕਰ ਲੈਣ, ਬਿਕੋਜ਼ ਇੱਕ ਰਾਈਟ ਗਾਈਡੈਂਸ, ਇੱਕ ਸਹੀ ਏਜੰਟ ਤੁਹਾਡੇ ਫਿਊਚਰ ਨੂੰ ਸਕਸੈਸ ਵੀ ਕਰ ਸਕਦਾ ਹੈ ਔਰ ਮਾੜਾ ਏਜੰਟ ਤੁਹਾਡੀ ਪ੍ਰੋਫਾਈਲ ਨੂੰ ਖਰਾਬ ਵੀ ਕਰ ਸਕਦਾ ਹੈ। ਬਿਲਕੁਲ ਜੀ ਬਿਲਕੁਲ। ਸੋ ਸਰ ਜਾਣਕਾਰੀ ਸਾਂਝੀ ਕਰਨ ਲਈ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੇ ਸਾਡੇ ਜਿਹੜੇ ਦਰਸ਼ਕ ਨੇ ਹੁਣ ਤੁਹਾਨੂੰ ਮਿਲਾਉਣੇ ਆ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਦੇ SAS ਮੋਹਾਲੀ ਦੇ ਦੁਆਰਾ ਐਪਲੀਕੇਸ਼ਨ ਅਪਲਾਈ ਕੀਤੀ ਸੀ ਤੇ ਵੀਜ਼ੇ ਉਹਨਾਂ ਦੇ ਗ੍ਰਾਂਟ ਹੋਏ ਨੇ। मेरी फ्रेंड सिमरन की कांटेक्ट के थ्रू आई थी, उन्होंने भी अपना वीज़ा यहीं से लगवाया था और उनका आई गेस 15 दिन के अंदर अंदर वीज़ा रिसीव हो गया था। बट मेरा जब वीज़ा लगा तो काफ़ी वीज़ाज होल्ड पे थे, मैं पैनिक भी की, बट थैंक्स टू सुभाष सर आज वीज़ा रिसीव हो गया है आफ्टर सो मेनी मंथ्स, बट फिर भी मेरा वीज़ा मेरे पास है। थैंक यू सो मच। ਦਵਿੰਦਰ ਨੇ ਸਾਡੇ ਨਾਲ ਕੰਪਰੋਮਾਈਜ਼ ਕੀਤਾ। ਅਸੀਂ ਇਹਨੂੰ ਸੁਜੈਸਟ ਕੀਤਾ ਕਿ ਛੋਟੇ ਭਾਈ ਕਿ ਤੁਸੀਂ ਦੁਬਾਰਾ ਇੱਕ ਵਾਰ ਆਈਲੈਟਸ ਰੀਟੇਕ ਕਰੋ ਕਿ ਤੁਹਾਡੀ ਪ੍ਰੋਫਾਈਲ ਤੇ ਵੀਜ਼ਾ ਅਸੀਂ ਕੱਢ ਸਕਦੇ ਹਾਂ। ਸੋ ਦਵਿੰਦਰ ਨੇ ਸਾਡੀ ਕਹਿਣ ਦੇ ਮੁਤਾਬਿਕ ਸਾਲ ਭਰ ਪੂਰਾ
ਆਪਣੇ ਆਈਲੈਟਸ ਤੇ ਐਫਰਟਸ ਲਗਾਏ, ਨਹੀਂ ਤੇ ਅੱਜ ਦੇ ਟਾਈਮ ਤੇ ਜਦੋਂ ਬੰਦਾ ਰਿਫਿਊਜ਼ ਹੋ ਜਾਂਦਾ ਹੈ ਤੇ ਅਗਲੇ ਦਿਨ ਹੀ ਏਜੰਟ ਨੂੰ ਕਹਿੰਦਾ ਕਿ ਬਾਈ ਜੀ ਸਾਡੀ ਪਹਿਲੇ ਫੀਸ ਰਿਫੰਡ ਪਾਓ। ਬਟ ਇਸ ਬੰਦੇ ਨੇ ਸਾਡੇ ਨਾਲ ਸਟੈਂਡ ਬਾਈ ਕੀਤਾ, ਪ੍ਰੋਪਰ ਪ੍ਰੋਸੈਸ ਨੂੰ ਸਮਝਿਆ, ਅਸੀਂ ਜੋ ਗਾਈਡ ਕੀਤਾ ਉਹ ਕੀਤਾ। ਫਿਰ ਇਹਨੇ 2020 ਤੋਂ 21 ਦੇ ਵਿੱਚ ਆਈਲੈਟਸ ਦੀ ਅਟੈਂਪਟ ਕਰਕੇ ਅਸੀਂ ਇਹਨੂੰ ਫਿਰ ਅੱਛਾ ਪਬਲਿਕ ਕਾਲਜ ਨਾਇਗਰਾ ਕਾਲਜ ਪ੍ਰੋਵਾਈਡ ਕੀਤਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਇੱਕ ਰਿਫਿਊਜ਼ਲ ਤੋਂ ਬਾਅਦ ਇਸ ਬੱਚੇ ਨੇ ਸਾਡੇ ਨਾਲ ਕੰਪਰੋਮਾਈਜ਼ ਕੀਤਾ, ਸਾਡੇ ਕਹਿਣ ਦੇ ਮੁਤਾਬਿਕ ਚੱਲਿਆ। ਅੱਜ ਇਹਦੀ ਪੀਪੀਆਰ ਅਸੀਂ ਰਿਸੀਵ ਕਰ ਲਈ ਹੈ, ਸੋ ਕੰਗ੍ਰੈਚੁਲੇਸ਼ਨ ਦਵਿੰਦਰ। ਇਹ ਸਾਡਾ ਸਾਰਾ ਪ੍ਰੋਗਰਾਮ ਤੁਸੀਂ ਉਡਾਰੀ ਵਿਦੇਸ਼ਾਂ ਨੂੰ ਦੇ ਫੇਸਬੁੱਕ ਔਰ YouTube ਪੇਜ ਦੇ ਉੱਪਰ ਵੀ ਦੇਖ ਸਕਦੇ ਹੋ। ਅਸੀਂ ਫਿਰ ਤੋਂ ਹਾਜ਼ਰ ਹੁੰਨੇ, ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।